ਪਦ ਪੰਕਜ ਬੰਦਨਾ ਸਿਮਰੋ ਅੰਗਦ ਦੋਖ ਨਿਕੰਦਨਾ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਵਿਘਨਨ ਕੇ ਨਾਸ਼ਕ ਵਿਘਨਨ ਕੇ ਨਾਸਿਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋਂ ਧਰਾ ਧਰ ਪੁਨ ਪੁਨ ਸੀਸ ਜੀ ਪੁਨ ਪੁਨ ਸੀਸ ਬੰਦੋਂ ਬਾਰ ਬਾਰ ਜਗਦੀਸ਼ ਜਿਸਮੇ ਹੈ ਅੰਮ੍ਰਿਤ ਗਿਆਨ ਹੈ ਮਾਨਸ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤੈ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਆਪਣੇ ਅੰਕ ਬਿਖੈ ਬਿਠਾਏ ਕਰੇ ਪ੍ਰਸ਼ਨ ਭਲੇ ਪਰਚਾਏ ਇਤਨੇ ਮੈਂ ਪਾ ਤਿਆਰ ਆਹਾਰ ਸੁਪਕਾਰ ਆਨਿਓ ਤਰ ਥਾਰ ਪਰਮ ਸਨਮਾਨਯੋਗ ਰਾਜਾਨ ਰਾਜ ਭਾਨਾਨ ਭਾਨ ਦੀਵਾਨ ਦੇਵ ਉਪਮਾ ਮਹਾਨ ਚਵਰ ਛਤਰ ਤਖਤ ਦੇ ਮਾਲਕ ਜ਼ਾਹਰਾ ਜ਼ਹੂਰ ਹਾਜ਼ਰ ਹਜ਼ੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਉਪਸਥਿਤ ਗੁਰੂ ਸਵਾਰੇ ਗੁਰੂ ਪਿਆਰੇ ਸਤ ਸੰਗੀ ਜਨੋ ਆਓ ਮਹਾਰਾਜ ਜੀ ਕੀ ਬਖਸ਼ਿਸ਼ ਨਾਲ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਆਰੰਭਤਾ ਕਰੀਏ। ਗੁਰੂ ਇਤਿਹਾਸ ਕੀ ਲੜੀਵਾਰ ਕਥਾ ਜੋ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਪਵਿੱਤਰ ਸਥਾਨਾਂ ਤੇ ਨਿਤ ਪ੍ਰਤਾਪ ਸੰਗਤ ਪਿਆਰ ਭਾਵਨਾ ਅਦਬ ਸਹਿਤ ਸਰਵਣ ਕਰਦੇ ਹੋ ਚਲਦੀ ਆ ਰਹੀ ਲੜੀ ਤਹਿਤ ਥੋੜਾ ਜਿਹਾ ਸਮਾਂ ਮਹਾਰਾਜ ਜੀ ਕੇ ਜੀਵਨ ਬਿਰਤਾਂਤਾਂ ਨਾਲ ਜੁੜਨ ਦਾ ਯਤਨ ਕਰਦੇ ਹਾਂ। ਪ੍ਰਥਮ ਮਹਾਰਾਜ ਤੋਂ ਆਗਿਆ ਲਈਏ ਰਸਨਾ ਪਵਿੱਤਰ ਕਰਨੀ ਗੁਰ ਫਤਿਹ ਨਾਲ ਸਾਂਝ ਪਾਓ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੇ ਦੀਵਾਨਾਂ ਅੰਦਰ ਜਿੱਥੇ ਸੰਪੰਨਤਾ ਹੋਈ ਜੋ ਗੁਰੂ ਇਤਿਹਾਸ ਆਪ ਸੰਗਤ ਸਰਵਣ ਕਰਦੇ ਆ ਰਹੇ ਸੀ ਪਟਨਾ ਸਾਹਿਬ ਦੀ ਪਾਵਨ ਧਰਤੀ ਬਾਲ ਗੋਬਿੰਦ ਰਾਏ ਜੀ ਜੋ ਕਿ ਬਚਪਨੇ ਦੇ ਅੰਦਰ ਆਪਣੇ ਚੋਜ ਵਰਤਾ ਰਹੇ ਨੇ ਗੁਲੇਲੇ ਮਾਰ ਕੇ ਘਰ ਅੰਦਰ ਪਾਣੀ ਭਰਨ ਆਈਆਂ ਹੋਈਆਂ ਸਵਾਣੀਆਂ ਦੇ ਘੜੇ ਭੰਨ ਦਿੰਦੇ ਨੇ। ਇੱਕ ਨਿਸ਼ਾਨਾ ਚੁੱਕਿਆ ਤੇ ਗੁਲੇਲ ਦਾ ਨਿਸ਼ਾਨਾ ਜਿਹੜਾ ਹੈ ਉਹ ਇੱਕ ਤੁਰਕ ਇਸਤਰੀ ਦੇ ਮੱਥੇ ਤੇ ਵੱਜਾ ਉਸ ਨੂੰ ਘਾਓ ਜ਼ਖਮ ਆਇਆ। ਇਹ ਸਭ ਦੇਖ ਕਰਕੇ ਮਾਤਾ ਗੁਜਰ ਕੌਰ ਜੀਆਂ ਨੇ ਤਾੜਨਾ ਵੀ ਕੀਤੀ। ਲਾਲ ਜੀ 4 ਘੜੀਆਂ ਅਟਾਰੀ ਦੇ ਉੱਪਰ ਚੜ੍ਹ ਕੇ ਬੈਠੇ ਰਹੇ। ਫਿਰ ਮਾਤਾ ਨਾਨਕੀ ਜੀ ਜਾਂਦੇ ਹਨ ਬੜੇ ਪਿਆਰ ਸਹਿਤ ਆਪਣੇ ਪੋਤਰੇ ਨੂੰ ਆਪਣੇ ਕੁੱਛੜ ਚੁੱਕ ਕਰਕੇ ਦੁਲਾਰ ਕਰਦੇ ਹੋਏ ਸ਼ੀਸ਼ ਤੇ ਹੱਥ ਫੇਰਦੇ ਹੋਏ ਲੈ ਕਰਕੇ ਆਏ।
ਸਮਝਾ ਵੀ ਰਹੇ ਹਨ ਕਿ ਬੇਟਾ ਜੀ ਇੱਦਾਂ ਨਹੀਂ ਕਰੀਦਾ, ਕਿਸੇ ਨੂੰ ਬਿਨਾਂ ਮਤਲਬ ਤੋਂ ਆਪਾਂ ਕੋਈ ਦੁੱਖ ਦਈਏ, ਇਹ ਸਾਡੇ ਲਈ ਠੀਕ ਨਹੀਂ ਹੈ। ਲਾਲ ਜੀ ਮੁਸਕਰਾ ਕੇ ਕਹਿੰਦੇ ਨੇ, ਮਾਤਾ ਜੀ ਅਸੀਂ ਮੱਥੇ ਦਾ ਨਿਸ਼ਾਨਾ ਨਹੀਂ ਲਿਆ ਸੀ, ਅਸੀਂ ਤੇ ਘੜੇ ਦਾ ਨਿਸ਼ਾਨਾ ਲੈ ਰਹੇ ਸੀ। ਕਿਉਂਕਿ ਉਹ ਇਸਤਰੀ ਅਗਾਂਹ ਵੱਧ ਕੇ ਤੁਰ ਪਈ ਤੇ ਉਹ ਨਿਸ਼ਾਨਾ ਚੁੱਕ ਗਿਆ। ਸੋ ਇਸ ਵਿੱਚ ਸਮਝਾ ਰਹੇ ਨੇ ਅੱਗੇ, ਜਿਵੇਂ ਭਾਈ ਸੰਤੋਖ ਸਿੰਘ ਸਾਹਿਬ ਜੀ ਹੋਰਾਂ ਨੇ ਆਪਣੀ ਇਸ ਮਹਾਨ ਰਚਨਾ ਵਿੱਚ ਬਚਨ ਲਿਖੇ ਹਨ। ਆਪਣੇ ਅੰਕ ਬਿਠੈ ਬੈਠਾਏ, ਕਰੇ ਪ੍ਰਸੰਨ ਭਲੇ ਪਰਚਾਏ। ਮਾਤਾ ਨਾਨਕੀ ਜੀਆਂ ਨੇ ਆਪਣੇ ਪੋਤਰੇ ਲਾਲ ਗੋਬਿੰਦ ਰਾਏ ਜੀ ਨੂੰ ਆਪਣੀ ਗੋਦ ਵਿੱਚ ਬਿਠਾਇਆ ਤੇ ਬੜੇ ਪਿਆਰ ਦੇ ਨਾਲ ਇਹ ਸਿੱਖਿਆਵਾਂ ਦੇ ਰਹੇ ਨੇ। ਇਤਨੇ ਮੈਂ ਪਾ ਤਿਆਰ ਆਹਾਰ, ਇਤਨੇ ਨੂੰ ਸੰਧਿਆ ਵੇਲਾ ਹੋਇਆ, ਭੋਜਨ ਪ੍ਰਸ਼ਾਦ ਤਿਆਰ ਹੋ ਗਿਆ। ਸੋ ਪੁਕਾਰ ਆਨਿਓ ਦਰਬਾਰ। ਜਿਹੜਾ ਮਹਾਰਾਜ का रसोईया है उसने आकर के सुनेहा दिता है कि भोजन प्रसाद तैयार है, आप शकना करो जी। कहत बचन गुरु दिसके भये। ਕਹਿਤ ਬਚਨ ਨਾਲ ਹੀ ਇੱਥੇ ਜਿਹੜੀ ਵਿਚਾਰ ਚੱਲੀ ਹੈ ਨਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਜੀਵਨ ਵੱਲੋਂ, ਜੋ ਕਿ ਮਹਾਰਾਜ ਆਪ ਤੇ ਉਸ ਸਥਾਨ ਤੇ ਹੁਣ ਨਹੀਂ ਹਨ, ਲੇਕਿਨ ਮਾਤਾ ਜੀ ਪਿਤਾ ਗੁਰਦੇਵ ਜੀਆਂ ਦੇ ਜਿਹੜੇ ਵਚਨ ਹਨ ਉਹ ਲਾਲ ਜੀਆਂ ਨੂੰ ਅਕਸਰ ਸੁਣਾਇਆ ਕਰਦੇ ਸਨ। ਕੇਤਿਕ ਕਾਲ ਬਿਤਿਓ ਚਲ ਗਏ। ਜਿਸ ਵਕਤ ਪ੍ਰਸ਼ਾਦਾ ਛਕਣ ਲੱਗੇ ਹਨ, ਫਿਰ ਬਾਤ ਪਿਤਾ ਗੁਰਦੇਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਸ਼ੁਰੂ ਹੋਈ ਤੇ ਮਾਤਾ ਜੀ ਕਹਿਣ ਲੱਗੇ ਵੀ ਕੁਝ ਸਮਾਂ ਬਤੀਤ ਹੋ ਚੁੱਕਿਆ ਹੈ, ਪੂਰਬ ਦੇਸ਼ ਤੋਂ ਆਏ ਹਨ ਤੇ ਪੰਜਾਬ ਦੇਸ਼ ਵੱਲ ਨੂੰ ਚਲੇ ਗਏ ਹਨ। ਨੈ ਸੁਧ ਕੀਨ ਪਠਾਵਨ ਕੋਈ। ਤੇ ਪਹੁੰਚ ਕਰਕੇ ਕੋਈ ਸੁਨੇਹਾ ਆਦਿਕ ਵੀ ਨਹੀਂ ਭੇਜਿਆ। ਇਹ ਵੀ ਨਹੀਂ ਪਤਾ ਵੀ ਉਹ ਪਹੁੰਚੇ ਹਨ ਕਿ ਅਜੇ ਰਾਸਤੇ ਵਿੱਚ ਹੀ ਕਿਤੇ ਨਾ ਕਿਤੇ ਸੰਗਤ ਨੇ ਵਿਸ਼ਰਾਮ ਕਰਵਾਇਆ ਹੈ। ਸੋ ਅਜੇ ਤੱਕ ਸਾਡੇ ਪਾਸ ਕੋਈ ਸੰਦੇਸ਼ਾ, ਕੋਈ ਸੁਨੇਹਾ ਨਹੀਂ ਆਇਆ ਹੈ। ਆਨੰਦਪੁਰ ਪਹੁੰਚੇ ਨਹਿ ਸੋਈ। ਇਹ ਵੀ ਕੋਈ ਪਤਾ ਨਹੀਂ ਵੀ ਅਜੇ ਤੱਕ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਆਨੰਦਪੁਰ ਪਹੁੰਚੇ ਹਨ ਕਿ ਰਾਸਤੇ ਵਿੱਚ ਸੰਗਤ ਦੇ ਪਾਸ ਕਿਸੇ ਹੋਰ ਵਿਸ਼ੇਸ਼ ਥਾਂ ਉਤੇ ਠਹਿਰੇ ਹੋਏ ਹਨ। ਕਿਸੀ ਥਾਨ ਸੰਗਤ ਅਟਕਾਏ। ਕਿਉਂਕਿ ਇਹ ਵੀ ਸੀ ਵੀ ਸਤਿਗੁਰੂ ਜਿਸ ਵਕਤ ਦੇਸ਼ਾਂ ਵਿਦੇਸ਼ਾਂ ਵਿੱਚ ਸਫ਼ਰ ਕਰਦੇ ਸਨ, ਜਾਂਦੇ ਸਨ ਜਾਂ ਵਾਪਿਸ ਆਉਂਦੇ ਸਨ, ਤੇ ਨਗਰਾਂ ਦੀਆਂ ਬਹੁਤ ਸਾਰੀਆਂ ਸੰਗਤਾਂ ਅਦਬ ਕਰਕੇ, ਪ੍ਰੇਮ ਕਰਕੇ ਮਹਾਰਾਜ ਜੀ ਨੂੰ ਰਾਸਤੇ ਵਿੱਚ ਹੀ ਰੋਕ ਲੈਂਦੀਆਂ ਸਨ। ਕੁਝ ਦਿਨ ਦੇ ਲਈ ਬੇਨਤੀ ਕਰਨੀ ਵੀ ਇਸ ਨਗਰ ਵਿੱਚ ਠਹਿਰੋ, ਜਾਂ ਵਿਸ਼ੇਸ਼ ਗੁਰਸਿੱਖਾਂ ਨੇ ਮਹਾਰਾਜ ਜੀਆਂ ਨੂੰ ਆਪਣੇ ਘਰ ਅੰਦਰ ਵਿਸ਼ਰਾਮ ਦੇਣਾ। ਸੋ ਇਸ ਵਿੱਚ ਫਿਰ ਮਹਾਰਾਜ ਸੰਗਤ ਦੀ ਭਾਵਨਾ ਨੂੰ ਤੱਕ ਕੇ ਤੇ ਉਸ ਸਥਾਨ ਪਰ ਰੁਕ ਜਾਂਦੇ ਸਨ। ਬਹੁਤ ਸਾਰੇ ਸਥਾਨ ਐਸੇ ਨੇ, ਅੱਜ ਵੀ ਅਸੀਂ ਇਤਿਹਾਸ ਸੁਣੀਦਾ ਹੈ ਕਿ ਇਹ ਉਹ ਸਥਾਨ ਜਿੱਥੇ ਮਹਾਰਾਜ ਜਾਂਦੇ ਹੋਏ ਜਾਂ ਆਉਂਦੇ ਹੋਏ ਸੰਗਤ ਦੇ ਪ੍ਰੇਮ ਕਰਕੇ ਮਹੀਨਾ ਰੁਕੇ, 2 ਮਹੀਨੇ ਰੁਕੇ, ਲੰਬਾ ਸਮਾਂ ਰੁਕੇ ਜਾਂ 2-4 ਦਿਨ, ਤਾਂ ਫਿਰ ਬਹੁਤ ਸਮਾਂ ਲੱਗ ਜਾਂਦਾ ਸੀ ਗੁਰਮੁਖੋ। ਸੋ ਕਿਸੇ ਥਾਨ ਸੰਗਤ ਤੇ ਅਟਕਾਏ। ਮਾਤਾ ਨਾਨਕੀ ਜੀ ਕਹਿਣ ਲੱਗੇ ਕਿ ਬੇਟਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਅਜੇ ਤੱਕ ਕੋਈ ਖਬਰ ਆਈ ਨਹੀਂ। ਆਨੰਦਪੁਰ ਪਹੁੰਚੇ ਹਨ ਕਿ ਰਾਸਤੇ ਵਿੱਚ ਅਜੇ ਕਿਸੇ ਥਾਂ ਤੇ ਸੰਗਤ ਦੇ ਪਾਸ ਠਹਿਰੇ ਹਨ। ਭਾਉ ਬਲੋਕ ਥਿਰੇ ਲਖ ਪਾਏ। ਭਾਉ ਬਲੋਕ, ਕਿਉਂਕਿ ਮਹਾਰਾਜ ਜੀ ਦਾ ਸੁਭਾਅ ਐਸਾ ਹੈ, ਸੰਗਤ ਦਾ ਜਿੱਥੇ ਵੀ ਪ੍ਰੇਮ ਵੇਖਦੇ ਹਨ ਉੱਥੇ ਹੀ ਕੁਝ ਸਮੇਂ ਦੇ ਲਈ ਰੁਕ ਜਾਂਦੇ ਹਨ। ਇਤਿਆਦਿਕ ਕਹਿ ਕਰ ਹਰ ਖਾਏ। ਇਸ ਵਿਧਨਾ ਵਾਰਤਾਲਾਪ ਕਰਦੇ ਹੋਏ ਮਾਤਾ ਜੀ ਤੇ ਲਾਲ ਗੋਬਿੰਦ ਰਾਏ ਜੀ, ਮਾਤਾ ਗੁਜਰ ਕੌਰ ਜੀ ਆਦਿਕ ਪ੍ਰਸੰਨ ਹੋਏ ਹਨ। ਭੋਜਨ ਕੋ ਕਰਾਏ ਤ੍ਰਿਪਤਾਏ। ਫਿਰ ਮਾਤਾ ਜੀਆਂ ਨੇ ਪ੍ਰਥਮ ਲਾਲ ਗੋਬਿੰਦ ਰਾਏ ਜੀ ਹੋਰਾਂ ਨੂੰ ਭੋਜਨ ਛਕਾਇਆ ਹੈ, ਉਸ ਤੋਂ ਉਪਰੰਤ ਆਪ ਛਕਦੇ ਹਨ। ਸੁਨ ਕੇ ਕਹਿਤ ਨਾ ਹਮਿਤ ਰਹੈ। ਤੇ ਜਦੋਂ ਬਾਤ ਚੱਲ ਰਹੀ ਸੀ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ, ਤੇ ਲਾਲ ਗੋਬਿੰਦ ਰਾਏ ਜੀ ਸੁਣ ਰਹੇ ਸਨ ਮਾਤਾ ਜੀ ਦੇ ਮੁਖ ਤੋਂ। ਸੁਣਨ ਤੋਂ ਉਪਰੰਤ ਫਿਰ ਲਾਲ ਜੀ ਕਹਿੰਦੇ ਹਨ ਕਿ ਮਾਤਾ ਜੀ ਅਸੀਂ ਵੀ ਆਪ ਜੀਆਂ ਨੂੰ ਇੱਕ ਵਚਨ ਕਹਿਣਾ ਹੈ। ਕੀ ਬੇਟਾ ਜੀ? ਕਿ ਅਸੀਂ ਵੀ ਵਾਪਸ ਪੰਜਾਬ ਦੇਸ਼ ਜਾਣਾ ਹੈ, ਇਸ ਸਥਾਨ ਤੇ ਨਹੀਂ ਰਹਿਣਾ ਹੈ ਜੀ। ਆਪਣੇ ਦੇਸ਼ ਭਿਆਨੋ ਚਹਿ। ਸਾਡੀ ਵੀ ਇੱਛਾ ਹੈ, ਸਾਡਾ ਵੀ ਚਿੱਤ ਕਰਦਾ ਹੈ ਕਿ ਆਪਣੇ ਦੇਸ਼ ਜਾ ਕਰ ਕੇ ਹਾਲ ਵੇਖੀਏ। ਇਹ ਵਚਨ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਰਾਂ ਨੇ ਉਸ ਵਕਤ ਵੀ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਹੇ ਸਨ, ਜਿਸ ਵਕਤ ਮਹਾਰਾਜ ਵਾਪਸ ਤੁਰੇ ਸਨ। ਲੇਕਿਨ ਮਹਾਰਾਜ ਨੇ ਕਿਹਾ ਬੇਟਾ ਜੀ ਅਸੀਂ ਪਹਿਲੇ ਜਾ ਰਹੇ ਹਾਂ, ਸੁਨੇਹਾ ਭੇਜਾਂਗੇ, ਲਿਖਤੀ ਪੱਤਰ ਪਾਵਾਂਗੇ ਤੇ ਤੁਸੀਂ ਮਾਤਾ ਜੀ ਸਹਿਤ ਉਸ ਦੇਸ਼ ਵੱਲ ਆ ਜਾਣਾ। ਪਰੰਤੂ ਅਜੇ ਸੁਨੇਹਾ ਨਹੀਂ ਆਇਆ।
ਲਾਲ ਗੋਬਿੰਦ ਰਾਏ ਜੀ ਮਾਤਾ ਜੀ ਹੋਰਾਂ ਨਾਲ ਇਦਾਂ ਵਾਰਤਾਲਾਪ ਕਰਦੇ ਨੇ ਕਿ ਮਾਤਾ ਜੀ ਆਪਣੇ ਦੇਸ਼ ਜਾਣ ਦੇ ਲਈ ਸਾਡਾ ਵੀ ਚਿੱਤ ਬਹੁਤ ਉਤਾਵਲਾ ਹੈ, ਮਨ ਕਰਦਾ ਹੈ ਕਿ ਜਲਦੀ ਵਾਪਸ ਚਲੀਏ ਜੀ। ਪਿਤਾ ਸਮੀਪ ਥਿਰੈਂਗੇ ਜਾਏ। ਜਾ ਕਰਕੇ ਪਿਤਾ ਜੀ ਸਮੀਪ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਪਾਸ, ਭਾਵ ਜਿਹੜੇ ਨਗਰ ਮਹਾਰਾਜ ਜੀ ਵਸਾ ਕਰਕੇ ਗਏ ਹਨ ਸ਼੍ਰੀ ਅਨੰਦਪੁਰ ਸਾਹਿਬ, ਉਹ ਸਥਾਨ ਤੇ ਠਹਿਰਾਂਗੇ ਜੀ। ਭਿਖ ਪੰਜਾਬ ਆਨੰਦਪੁਰ ਥਾਏ। ਸਾਡਾ ਚਿੱਤ ਕਰਦਾ ਹੈ ਉਹ ਪਵਿੱਤਰ ਧਰਤੀ ਨੂੰ ਵੇਖਣ ਦਾ, ਜਾਂ ਉਹ ਨਗਰ ਜਿਹੜਾ ਪਿਤਾ ਗੁਰਦੇਵ ਨੇ ਵਸਾਇਆ ਹੈ ਆਨੰਦਪੁਰ ਸਾਹਿਬ, ਕਿਉਂਕਿ ਇਹਦੀਆਂ ਤੇ ਅਕਸਰ ਹੀ ਬਾਤਾਂ ਚੱਲਦੀਆਂ ਰਹਿੰਦੀਆਂ ਸਨ। ਮਾਤਾ ਨਾਨਕੀ ਜੀ ਉਸ ਵਕਤ, ਮਾਤਾ ਗੁਜਰ ਕੌਰ ਜੀ ਸਾਧ ਸਨ ਜਿਸ ਵਕਤ ਮਹਾਰਾਜ ਜੀਆਂ ਨੇ ਇਸ ਸਥਾਨ ਦੀ ਮੋੜੀ ਗੱਡੀ। ਸੋ ਇਸ ਵਿਧ ਲਾਲ ਜੀ ਕਹਿਣ ਲੱਗੇ ਕਿ ਸਾਡਾ ਚਿੱਤ ਹੈ ਜਲਦੀ ਤੋਂ ਜਲਦੀ ਪੰਜਾਬ ਦੇਸ਼ ਜਾ ਕਰਕੇ ਆਪਣੇ ਦੇਸ਼ ਨੂੰ ਦੇਖਣ ਦਾ ਜੀ। ਸੁਣ ਕੇ ਮਾਤਾ ਗੁਜਰੀ ਬੈਨ। ਇਹ ਜਿਹੜੇ ਬਚਨ ਹਨ ਮਾਤਾ ਗੁਜਰ ਕੌਰ ਜੀ ਵੀ ਸੁਣ ਰਹੇ ਨੇ, ਜੋ ਲਾਲ ਗੋਬਿੰਦ ਰਾਏ ਜੀ ਬੈਠ ਕੇ ਬਾਤਾਂ ਕਰ ਰਹੇ ਹਨ। ਮਾਤਾ ਗੁਜਰ ਕੌਰ ਜੀ ਤੇ ਮਾਤਾ ਨਾਨਕੀ ਜੀ ਦੋਨੋਂ ਮਾਤਾਵਾਂ ਹੀ ਸੁਣ ਰਹੀਆਂ ਹਨ ਜੀ। ਚਹਿਤ ਹਿਰਦੈ ਕਿਮ ਗਮਨੇ ਹੈ ਨਾ। ਚਹਿਤ ਹਿਰਦੈ ਭਾਵ ਇੱਛਾ ਤੇ ਹੈ, ਪਰੰਤੂ ਅਜੇ ਬਿਨਾਂ ਹੁਕਮ ਤੋਂ ਅਸੀਂ ਜਾ ਨਹੀਂ ਸਕਦੇ। ਜਦੋਂ ਹੁਕਮ ਆਵੇਗਾ ਫਿਰ ਹੀ ਜਾਵਾਂਗੇ। ਏ ਸੁਤ ਦੇਸ ਪਲੋ ਇਹ ਮਾਨੋ। ਕਹਿਣ ਲੱਗਿਆ ਪੁੱਤਰ ਜੀ, ਇਹ ਬੇਟਾ ਜੀ, ਅਜੇ ਤੱਕ ਇਹ ਸਾਡੇ ਲਈ ਸੋਹਣਾ ਦੇਸ਼ ਹੈ, ਚੰਗਾ ਦੇਸ਼ ਹੈ, ਭਲੋ ਇਹ ਮਾਨੋ, ਇੱਥੇ ਰਹਿਣਾ, ਕਿਉਂਕਿ ਪਿਤਾ ਗੁਰਦੇਵ ਜੀ ਦਾ ਹੁਕਮ ਹੈ। ਸੋ ਇਸ ਵੇਲੇ ਤੁਸੀਂ ਇੱਥੇ ਹੀ ਅਜੇ ਕੁਝ ਸਮੇਂ ਚਿੱਤ ਟਿਕਾ ਕਰਕੇ, ਟਿਕਾਈ ਸਿਰ ਜਿਵੇਂ ਆਪਾਂ ਕਹੀਏ ਨਾ ਵੀ ਕਈ ਵਾਰ ਐਸਾ ਹੁੰਦਾ ਹੈ ਮਨੁੱਖ ਦੇ ਅੰਦਰੋਂ ਇੱਕ ਵਲਵਲਾ ਉੱਠਦਾ ਹੈ, ਜਲਦੀ ਪ੍ਰਦੇਸ਼ ਤੋਂ ਦੇਸ਼ ਮੁੜ ਚਲੀਏ। ਸੋ ਅਜੇ ਇੱਥੇ ਹੋਰ ਕੁਝ ਸਮਾਂ ਬਿਤਾਉਂਦੇ ਹਾਂ। ਅਨੇਕ ਰੀਤ ਕੇ ਸੁਖ ਪਹਿਚਾਨੋ। ਅਨੇਕ ਰੀਤ, ਅਨੇਕਾਂ ਤਰ੍ਹਾਂ ਦੇ ਸੁੱਖ ਜੋ ਕਿ ਇੱਥੇ ਸਾਨੂੰ ਮਿਲ ਰਹੇ ਹਨ, ਕਿਉਂਕਿ ਬਹੁਤ ਬਖਸ਼ਿਸ਼ਾਂ ਹਨ ਉਸ ਪਵਿੱਤਰ ਸਥਾਨ ਤੇ ਵੀ। ਖਾਸ ਕਰਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਉਹ ਸਥਾਨ ਚੁਣਿਆ ਪਰਿਵਾਰ ਨੂੰ ਉੱਥੇ ਰੋਕਣ ਦੇ ਲਈ, ਤੇ ਬੇਅੰਤ ਸੰਗਤਾਂ ਨੇ ਮਹਾਰਾਜ ਜੀ ਕੀ ਉਸ ਸਥਾਨ ਤੇ ਸੇਵਾ ਕੀਤੀ। ਜਦੋਂ ਤੱਕ ਮਹਾਰਾਜ ਆਪ ਰਹੇ ਜਾਂ ਜਦੋਂ ਤੱਕ ਲਾਲ ਗੋਬਿੰਦ ਰਾਏ ਜੀ ਉਸ ਪਵਿੱਤਰ ਸਥਾਨ ਤੇ ਰਹਿੰਦੇ ਹਨ, ਬੇਅੰਤ ਤਰ੍ਹਾਂ ਦੀਆਂ ਸੇਵਾਵਾਂ ਸੰਗਤਾਂ ਹਰ ਵਕਤ ਤਤਪਰ ਹੋ ਕੇ ਕਰਦੀਆਂ ਸਨ। ਸੋ ਇਸ ਕਰਕੇ ਇਸ ਸਥਾਨ ਤੇ ਵੀ ਬਹੁਤ ਆਨੰਦ ਹੈ ਜੀ। ਜਬੈ ਪਿਤਾ ਤੁਮਰੇ ਪੁਰਜੈ ਹੈ। ਮਾਤਾ ਜੀ ਕਹਿਣ ਲੱਗੇ, ਜਦੋਂ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਪਵਿੱਤਰ ਸਥਾਨਾਂ ਤੇ ਆਪਣੇ ਨਗਰ ਦੇਸ਼ ਅੰਦਰ ਪਹੁੰਚ ਜਾਣਗੇ, ਦੇਸ ਨਰਨ ਕੋ ਉਰ ਪਰਖੈ ਹੈ। ਫਿਰ ਜਾ ਕਰਕੇ ਉੱਥੋਂ ਸਾਰਾ ਜੋ ਵੀ ਹਾਲ ਹੈ ਉਹ ਵੇਖ ਲੈਣਗੇ, ਚੰਗੀ ਤਰ੍ਹਾਂ ਪਰਖ ਲੈਣਗੇ। ਕਿਉਂਕਿ ਇਤਿਹਾਸ ਵਿੱਚ ਸਾਨੂੰ ਇਹ ਵੀ ਮਿਲਦਾ ਵੀ ਉਸ ਸਮੇਂ ਦੇ ਜੋ ਰਾਜਨੀਤਿਕ ਹਾਲਾਤ ਨੇ ਉਹ ਵੀ ਕੁਝ ਠੀਕ ਨਹੀਂ ਨੇ। ਔਰੰਗਜ਼ੇਬ ਦਾ ਰਾਜ ਹੈ, ਬੜੀ ਮਨਮਾਨੀ ਹੋ ਰਹੀ ਹੈ, ਬਹੁਤ ਤਰ੍ਹਾਂ ਦੇ ਕਾਰਜ ਐਸੇ ਹੋ ਰਹੇ ਨੇ ਜੋ ਕਿ ਪ੍ਰਜਾ ਨੂੰ ਦੁੱਖ ਦੇਣ ਵਾਲੇ ਹਨ। ਸੋ ਇਸ ਵੇਦ ਮਹਾਰਾਜ ਪਰਖ ਕਰ ਲੈਣਗੇ, ਫਿਰ ਸਾਨੂੰ ਸੁਨੇਹਾ ਭੇਜਣਗੇ। ਲਖੈ ਬੁਲਾਵਨ ਕੋ ਜਬ ਸਮੈ। ਜਦੋਂ ਠੀਕ ਸਮਝਣਗੇ ਗੁਰਦੇਵ ਗੁਰੂ ਤੇਗ ਬਹਾਦਰ ਮਹਾਰਾਜ, ਜਦੋਂ ਠੀਕ ਸਮਝਣਗੇ ਫਿਰ ਉਸ ਵਕਤ ਉਸ ਸਮੇਂ ਦੇ ਅਨੁਸਾਰ ਸਾਡੇ ਪਾਸ ਸੁਨੇਹਾ ਭੇਜਣਗੇ ਤੇ ਆਪਾਂ ਫਿਰ ਇਸ ਸਥਾਨ ਤੋਂ ਜਾਣਾ ਹੈ। ਭੇਜੈ ਲਿਖੀ ਪਤਰਿਕਾ ਹਮੈ। ਭੇਜੈ ਲਿਖੀ ਭਾਵ ਪਤਰਿਕਾ ਲਿਖਤੀ ਰੂਪ ਦੇ ਵਿੱਚ ਮਹਾਰਾਜ ਕਹਿ ਕੇ ਆਏ ਸਨ ਵੀ ਅਸੀਂ ਤੁਹਾਨੂੰ ਇੱਕ ਪਤਰਿਕਾ ਭੇਜਾਂਗੇ। ਸੋ ਜਿਸ ਵਕਤ ਉਹ ਸੁਨੇਹਾ ਆਵੇਗਾ ਆਪਾਂ ਬੜੀ ਮੌਜ ਨਾਲ ਫਿਰ ਇਸ ਸਥਾਨ ਤੋਂ ਰਵਾਨਾ ਹੋਵਾਂਗੇ। ਅਜੇ ਕੁਝ ਸਮਾਂ ਹੋਰ ਇੱਥੇ ਹੀ ਠਹਿਰਨ ਦਾ ਹੁਕਮ ਹੈ, ਸੋ ਆਪ ਜੀ ਲਾ ਕਰਕੇ ਸਥਾਨ ਤੇ ਟਿਕੋ ਜੀ। ਇਹਾ ਮਸੰਦ ਸਿੱਖ ਸਭ ਦਾਸ। ਤੇ ਨਾਲ ਹੀ ਜਿਵੇਂ ਮਾਂ ਬੱਚੇ ਦੇ ਧਿਆਨ ਨੂੰ ਕਈ ਵਾਰ ਪਲਟਣ ਦਾ ਯਤਨ ਕਰਦੀ ਹੈ ਨਾ, ਵੀ ਇੱਕ ਪਾਸੇ ਵੱਲ ਤੋਂ ਦੂਜੇ ਪਾਸੇ ਨੂੰ ਧਿਆਨ ਜਿਹੜਾ ਹੈ ਮੋੜ ਦਿੱਤਾ ਜਾਏ, ਕਨਵਰਟ ਕੀਤਾ ਜਾਏ। ਮਾਤਾ ਜੀ ਕਹਿਣ ਲੱਗੇ, ਦੇਖੋ ਇੱਥੇ ਵੀ ਸਾਡੇ ਪਾਸ ਕਿੰਨੇ ਸਿੱਖ ਸੇਵਕ ਹਨ, ਕਿਤਨੇ ਮਸੰਦ ਦਿਨੇ ਰਾਤ ਆਉਂਦੇ ਹਨ, ਕਿੰਨੀ ਬਖਸ਼ਿਸ਼ ਵਰਤਦੀ ਹੈ। ਚਹਿਤ ਵਸਤ ਕੋ ਭੇਜੈ ਪਾਸ। ਤੇ ਜੋ ਵੀ ਕਿਸੇ ਵਸਤੂ ਦੀ ਇੱਛਾ ਹੋਵੇ ਆਪ ਹੁਕਮ ਕਰਦੇ ਹੋ, ਕਿਸੇ ਵੀ ਮਸੰਦ ਪਾਸ ਜਾਂ ਕਿਸੇ ਸਿੱਖ ਪਾਸ, ਉਹ ਸਾਰੀ ਵਸਤੂ ਭਾਵਨਾ ਸਹਿਤ ਗੁਰੂ ਕੇ ਸਿੱਖ ਜਾਂ ਗੁਰੂ ਕੇ ਮਸੰਦ ਜਿਹੜੇ ਹਨ ਆਪ ਜੀ ਕੇ ਪਾਸ ਪਹੁੰਚਦਾ ਕਰ ਦਿੰਦੇ ਹਨ। ਇਸ ਤੋਂ ਵੱਧ ਕੇ ਹੋਰ ਆਨੰਦ ਕੀ ਹੋਵੇ।
ਸੋ ਇਹ ਬੜੀ ਬਖਸ਼ਿਸ਼ ਹੈ ਜੋ ਇੱਦਾਂ ਮਹਾਰਾਜ ਜੀ ਕੀ ਕਿਰਪਾ ਵਰਤ ਰਹੀ ਹੈ। ਕਦੇ ਵੀ ਕਿਸੇ ਵਸਤੂ ਦੀ ਤੋਟ ਨਹੀਂ ਹੈ, ਕਿਸੇ ਕਾਰਨ ਕਿਸੇ ਕੰਮ ਵਿੱਚ ਵੀ ਕੋਈ ਅਟਕ ਨਹੀਂ ਹੈ ਜੀ। ਸਭ ਸੁਖ ਸੋ ਬਸ ਸਮੈ ਬਿਤਾਵੈ। ਬਸ ਇਹ ਗੁਰੂ ਕੀ ਪਰਮਾਤਮਾ ਕੀ ਮੌਜ ਹੈ ਵੀ ਜਿਹੜਾ ਸਮਾਂ ਇਸ ਸਥਾਨ ਤੇ ਵੀ ਗੁਜ਼ਰ ਰਿਹਾ ਹੈ ਬਹੁਤ ਸੁਖ ਆਨੰਦ ਵਿੱਚ ਹੈ ਜੀ। ਤੋ ਪਿਤ ਮਰਜੀ ਬਿਨ ਕਿਮ ਜਾਵੈ। ਤੇ ਨਾਲ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਬੇਟਾ ਜੀ ਅਸੀਂ ਤੁਹਾਡੇ ਪਿਤਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਪਤੀ ਗੁਰਦੇਵ ਹਨ ਮਾਤਾ ਗੁਜਰ ਕੌਰ ਜੀ ਕੀ। ਸੋ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਇਸ ਦੇਸ਼ ਤੋਂ ਨਹੀਂ ਜਾ ਸਕਦੇ। ਜਦੋਂ ਉਹਨਾਂ ਦਾ ਹੁਕਮ ਆਵੇਗਾ ਉਸ ਤੋਂ ਉਪਰੰਤ ਹੀ ਇਸ ਦੇਸ਼ ਤੋਂ ਅੱਗੇ ਚਾਲੇ ਕਰਨੇ ਹਨ। ਸੁਨਤ ਬਖਾਨੈ ਪਿਤਾ ਗਏ ਜਬ। ਸੁਨਤ ਬਖਾਨੈ ਫਿਰ ਸੁਣਦੇ ਹਨ, ਫਿਰ ਕਹਿੰਦੇ ਹਨ ਲਾਲ ਗੋਬਿੰਦ ਰਾਏ ਜੀ ਪਿਤਾ ਗਏ ਜਬ, ਜਿਸ ਵਕਤ ਪਿਤਾ ਗੁਰਦੇਵ ਜੀ ਸਾਨੂੰ ਮਿਲ ਕਰਕੇ ਸਥਾਨ ਤੋਂ ਵਾਪਿਸ ਗਏ ਹਨ। ਹਮਕੋ ਆਗਿਆ ਕਰਤ ਭਏ ਤਬ। ਤੇ ਲਾਲ ਜੀ ਕਹਿਣ ਲੱਗੇ ਉਸ ਵਕਤ ਸਾਨੂੰ ਵੀ ਪਿਤਾ ਜੀ ਨੇ ਇਉਂ ਹੀ ਕਿਹਾ ਸੀ ਜਿਵੇਂ ਆਪ ਕਹਿ ਰਹੇ ਹੋ ਨਾ ਮਾਤਾ ਜੀ। ਉਸ ਵਕਤ ਉਹਨਾਂ ਦੀ ਆਗਿਆ ਹੀ ਹੋਈ ਸੀ ਵੀ ਅਸੀਂ ਸੁਨੇਹਾ ਭੇਜਾਂਗੇ, ਪੱਤਰਕਾ ਭੇਜਾਂਗੇ, ਉਸ ਤੋਂ ਬਾਅਦ ਤੁਸੀਂ ਪੰਜਾਬ ਦੇਸ਼ ਆਉਣਾ ਹੈ। ਤਿਨ ਕੀ ਮਰਜੀ ਪਾਏ ਚਲੰਤੇ। ਤੇ ਪਿਤਾ ਦੀ ਮਰਜ਼ੀ ਤੋਂ ਬਿਨਾਂ ਤੇ ਆਪਾਂ ਕੁਝ ਕਰ ਨਹੀਂ ਸਕਦੇ। ਜੋ ਪਿਤਾ ਗੁਰਦੇਵ ਕੀ ਮਰਜ਼ੀ ਹੈ ਉਸੇ ਅਨੁਸਾਰ ਹੀ ਰਹਿਣਾ ਪੈਣਾ ਹੈ। ਸੋ ਉਹਨਾਂ ਦਾ ਹੁਕਮ ਪਾ ਕਰਕੇ ਹੀ ਇਸ ਸਥਾਨ ਤੋਂ ਜਾਵਾਂਗੇ। ਇਹਾ ਨਾ ਠਹਿਰੇ ਇਹੀ ਮਤੰਤੇ। ਇਹਾ ਨਾ ਠਹਿਰੇ ਜਦੋਂ ਹੁਕਮ ਆ ਗਿਆ, ਜਦੋਂ ਮੌਜ ਹੋਈ ਮਹਾਰਾਜ ਜੀ ਨੇ ਸੁਨੇਹਾ ਭੇਜ ਦਿੱਤਾ, ਫਿਰ ਉਸ ਤੋਂ ਬਾਅਦ ਆਪਾਂ ਨੇ ਇਸ ਸਥਾਨ ਤੇ ਹੋਰ ਸਮਾਂ ਨਹੀਂ ਬਿਤਾਉਣਾ, ਫਿਰ ਵਾਪਸ ਉਸ ਪੰਜਾਬ ਦੇਸ਼ ਜਾਣਾ ਹੈ। ਇਸ ਵਿਦ ਕਹਿ ਨਿਤਾ ਪ੍ਰਤਬਾਤੀ। ਇਸ ਵਿਦ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਹਨ ਨਿਤਾ ਪ੍ਰਤਬਾਤੀ ਭਾਵ ਮਾਤਾ ਗੁਜਰ ਕੌਰ ਜੀ, ਮਾਤਾ ਨਾਨਕੀ ਜੀ, ਲਾਲ ਗੋਬਿੰਦ ਰਾਏ ਜੀ ਜਾਂ ਗੁਰੂ ਕੇ ਨਾਤੀ ਮਾਮਾ ਕਿਰਪਾਲ ਚੰਦ ਜੀ, ਉਹ ਵੀ ਉਸ ਸਥਾਨ ਤੇ ਪਟਨੇ ਦੀ ਧਰਤੀ ਤੇ ਸਨ। ਜਦੋਂ ਵੀ ਕਿਤੇ ਭੋਜਨ ਛਕਦੇ ਹਨ ਜਾਂ ਇਕੱਤਰ ਹੋ ਕਰਕੇ ਬੈਠਦੇ ਹਨ ਤੇ ਫਿਰ ਇਦਾਂ ਹੀ ਬਾਤਾਂ ਚੱਲ ਪੈਂਦੀਆਂ ਨੇ। ਫਿਰ ਬਾਤਾਂ ਅੱਗੇ ਤੋਂ ਅੱਗੇ ਮਾਤਾ ਜੀ ਜਵਾਬ ਦਿੰਦੇ ਹਨ, ਲਾਲ ਜੀ ਪੁੱਛਦੇ ਹਨ, ਇਦਾਂ ਨਿਤਾ ਪ੍ਰਤ ਫਿਰ ਇਹ ਜਿਹੜੀ ਬਾਤ ਹੈ ਪੰਜਾਬ ਦੇਸ਼ ਵਾਪਸ ਆਉਣ ਵਾਲੀ ਬਾਤ ਖਾਸ ਕਰਕੇ ਨਿਤਾ ਪ੍ਰਤ ਹੀ ਚੱਲਦੀ ਹੈ। ਚਾਹਤ ਚਿਤ ਮੈਂ ਪੰਥ ਪ੍ਰਿਆਤੀ। ਚਾਹਤ ਚਿਤ ਮੈਂ ਬਹੁਤ ਇੱਛਾ ਹੈ ਲਾਲ ਗੋਬਿੰਦ ਰਾਏ ਜੀ ਤੇ ਇਸ ਕਰਕੇ ਪਹਿਲੇ ਬਹੁਤ ਉਤਾਵਲੇ ਹਨ ਵੀ ਜਲਦੀ ਪਿਤਾ ਗੁਰਦੇਵ ਹੁਕਮ ਕਰਨ ਤੇ ਅਸੀਂ ਵਾਪਸ ਜਾਈਏ ਜੀ। ਸਿੱਖ ਮਸੰਦ ਗਨ ਆਏ ਹਮੇਸ਼। ਸਿੱਖ ਮਸੰਦ ਹੋਰ ਵੀ ਬਹੁਤ ਸਾਰੇ ਗੁਰੂ ਕੇ ਥਾਪੇ ਹੋਏ ਸਿੱਖ ਮਸੰਦ ਉਸ ਇਲਾਕੇ ਦੇ ਅੰਦਰ ਮਹਾਰਾਜ ਜੀ ਕੇ ਘਰ ਅੰਦਰ ਹਰ ਵਕਤ ਹਾਜ਼ਰ ਹੁੰਦੇ ਰਹਿੰਦੇ ਹਨ। ਠਹਿਰਾਵਨ ਹਿਤ ਕਹਿ ਵਿਸ਼ੇਸ਼। ਠਹਿਰਾਵਨ ਹਿਤ ਕਹਿ ਵਿਸ਼ੇਸ਼, ਉਹ ਵੀ ਇਹ ਬੇਨਤੀ ਕਰਦੇ ਹਨ ਕਿ ਮਹਾਰਾਜ ਆਪ ਇਸ ਪਾਸੇ ਵੱਲ ਆਓ ਤੇ ਆਪ ਜੀ ਦਾ ਜਿਹੜਾ ਟਿਕਾਣਾ ਹੈ ਸਾਡੇ ਦੇਸ਼ ਸਾਡੇ ਨਗਰ, ਜਿਵੇਂ ਦੁਰੇਡੇ ਦੇਸ਼ਾਂ ਤੋਂ ਮਸੰਦ ਆਉਂਦੇ ਸਨ। ਸੋ ਮਹਾਰਾਜ ਜੀ ਕੇ ਚਰਨਾਂ ਵਿੱਚ ਅਕਸਰ ਉਹ ਬੇਨਤੀ ਕਰਿਆ ਕਰਦੇ ਸਨ, ਮਹਾਰਾਜ ਉਚਿਤ ਸਮਾਂ ਵੇਖ ਕੇ ਆਪ ਸਾਡੇ ਦੇਸ਼ ਆਓ, ਉਸ ਧਰਤੀ ਨੂੰ ਭਾਗ ਲਾਓ, ਸਾਨੂੰ ਸੇਵਾ ਦਾ ਮੌਕਾ ਬਖਸ਼ੋ। ਇਸ ਵਿੱਚ ਬਹੁਤ ਸਾਰੇ ਸਿੱਖ ਬਹੁਤ ਸਾਰੇ ਮਸੰਦ ਮਹਾਰਾਜ ਜੀ ਕੋਈ ਬੇਨਤੀਆਂ ਅਕਸਰ ਕਰਦੇ ਰਹਿੰਦੇ ਸਨ। ਸੋ ਮਹਾਰਾਜ ਇਹ ਬਾਤ ਕਰ ਰਹੇ ਹਨ ਵੀ ਸਾਡੇ ਪਾਸ ਦੂਰ ਦੇਸ਼ਾਂ ਤੋਂ ਬਹੁਤ ਸੰਗਤ ਆਉਂਦੀ ਹੈ ਜੋ ਕਿ ਸਾਨੂੰ ਕਹਿੰਦੇ ਹਨ ਤੋ ਆਪਣੋ ਹਟ ਕਰ ਗਾਡੋ। ਉਹ ਆਪਣੋ ਬਾਲਾ ਪ੍ਰੀਤਮ ਲਾਲ ਗੋਬਿੰਦ ਰਾਏ ਜੀ ਕਹਿੰਦੇ ਹਨ ਵੀ ਜਾਵਾਂਗੇ ਅਸੀਂ ਵੀ ਜ਼ਰੂਰ, ਭਾਵ ਸਾਡੀ ਵੀ ਇਹ ਤੀਬਰ ਇੱਛਾ ਹੈ। ਚਲਨ ਪੰਜਾਬ ਚਾਓ ਚਿਤ ਬਾਡੋ। ਕਿਉਂਕਿ ਪੰਜਾਬ ਦੇਸ਼ ਜਾਣ ਦੇ ਲਈ ਸਾਡਾ ਚਿੱਤ ਬਹੁਤ ਉਤਾਵਲਾ ਹੈ, ਬਹੁਤ ਜਲਦੀ ਚਿੱਤ ਕਰਦਾ ਹੈ, ਲੇਕਿਨ ਕਰੀਏ ਕੀ, ਪਿਤਾ ਗੁਰਦੇਵ ਜਦੋਂ ਤੱਕ ਹੁਕਮ ਨਹੀਂ ਦਿੰਦੇ ਅਸੀਂ ਜਾ ਨਹੀਂ ਸਕਦੇ, ਹੁਕਮ ਦੇ ਬੱਦੇ ਹਾਂ। ਸੋ ਜਦੋਂ ਹੁਕਮ ਆਇਆ ਉਸੇ ਵਕਤ ਹੀ ਜਾਣਾ ਹੈ। ਮਾਤਾ ਗੁਜਰੀ ਕੇ ਸੰਗ ਕਹਿ। ਆਪਣੇ ਮਾਤਾ ਗੁਜਰ ਕੌਰ ਜੀਆਂ ਦੇ ਨਾਲ ਇਦਾਂ ਲਾਲ ਬਾਲਾ ਪ੍ਰੀਤਮ ਲਾਲ ਗੋਬਿੰਦ ਰਾਏ ਜੀ ਛੋਟੀ ਆਰਬਲਾ ਦੇ ਵਿੱਚ ਸਨ, ਉਮਰ ਛੋਟੀ ਹੈ, ਸੋ ਇਦਾਂ ਬਚਨ ਅਕਸਰ ਹੀ ਕਰਿਆ ਕਰਦੇ ਸਨ। ਹਮ ਤੋ ਇਸਪੁਰ ਨਾਹਨ ਰਹਿ। ਕਿ ਅਸੀਂ ਬਹੁਤਾ ਸਮਾਂ ਇਸ ਦੇਸ਼ ਵਿੱਚ ਨਹੀਂ ਗੁਜ਼ਾਰਨਾ, ਬਹੁਤਾ ਸਮਾਂ ਇੱਥੇ ਨਹੀਂ ਵਸਣਾ, ਕਿਉਂਕਿ ਅਸੀਂ ਵਾਪਸ ਆਪਣੇ ਦੇਸ਼ ਪੰਜਾਬ ਦੇਸ਼ ਦੀ ਧਰਤੀ ਤੇ ਜਾਣਾ ਹੈ। ਉੱਥੇ ਜਾ ਕਰਕੇ ਬਖਸ਼ਿਸ਼ਾਂ ਵਰਤਾਉਣੀਆਂ ਹਨ ਜਾਂ ਉੱਥੇ ਜੋ ਜੋ ਕੌਤਕ ਅੱਗੇ ਆਉਣ ਵਾਲੇ ਇਤਿਹਾਸ ਵਿੱਚ ਆਪਾਂ ਸਾਖੀਆਂ ਪੜ੍ਹਾਂਗੇ ਅਕਸਰ ਮਹਾਰਾਜ ਕੇ ਜੀਵਨ ਦੀਆਂ। ਸੋ ਇਸ ਕਰਕੇ ਚਿੱਤ ਬਹੁਤ ਕਰਦਾ ਹੈ, ਅੰਦਰ ਤੀਬਰ ਇੱਛਾ ਹੈ, ਪਰੰਤੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਜੇ ਹੁਕਮ ਨਹੀਂ ਦੇ ਰਹੇ ਹਨ। ਦੋਹਰਾ ਜੇ ਮਸੰਦ ਸਿੱਖ ਬਹਿ ਪੜੇ ਪ੍ਰਥਮ ਗੁਰਨ ਕੀ ਰੀਤ।
ਸੋ ਚਾਹਤ ਮਨ ਭਾਵਤੀ ਕਰੈ ਮੇਲ ਤਰ ਪ੍ਰੀਤ। ਕਿ ਅੱਗੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਮਹਾਰਾਜ ਜਿਸ ਵਿਦ ਪਟਨਾ ਸਾਹਿਬ ਦੀ ਧਰਤੀ ਤੇ 10ਵੇਂ ਅਵਤਾਰ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਵਿਚਰ ਰਹੇ ਹਨ। ਇੱਧਰ ਪੰਜਾਬ ਦੇਸ਼ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਵਿਚਰ ਰਹੇ ਹਨ ਤੇ ਬਹੁਤ ਸਾਰੇ ਸਿੱਖ ਮਸੰਦ ਜਿਹੜੇ ਪਹਿਲੇ ਬਹੁਤ ਸਮੇਂ ਤੋਂ ਮਹਾਰਾਜ ਜੀ ਕੇ ਘਰ ਦੇ ਨਾਲ ਜੁੜੇ ਹੋਏ ਹਨ ਤੇ ਸਮੇਂ-ਸਮੇਂ ਮਹਾਰਾਜ ਕੇ ਦਰਸ਼ਨ ਪਾਉਂਦੇ ਹਨ। ਸੋ ਜੋ ਚਾਹਤ ਮਨ ਭਾਵਤੀ ਕਰੈ ਮੇਲ ਤਰ ਪ੍ਰੀਤ, ਜਿਵੇਂ ਉਹਨਾਂ ਦੇ ਮਨ ਭਾਉਂਦੀ ਹੈ। ਭਾਵੇਂ ਇਹ ਤੋਂ ਅੱਗੇ ਜਾ ਕਰਕੇ ਥੋੜਾ ਜਿਹਾ ਮਸੰਦਾਂ ਦਾ ਵੀ ਇੱਕ ਨਵੇਕਲਾ ਇਤਿਹਾਸ ਆਵੇਗਾ। ਸੋ ਜਿਵੇਂ ਜਿਵੇਂ ਉਹਨਾਂ ਦੇ ਮਨ ਭਾਉਂਦੀ ਹੈ ਮਹਾਰਾਜ ਜੀ ਦੇ ਨਾਲ ਉਸ ਵਿਦ ਉਸ ਸਥਾਨ ਤੇ ਵੀ ਤੇ ਇਸ ਸਥਾਨ ਤੇ ਵੀ ਵਿਚਰਦੇ ਹਨ। ਚੌਪਈ ਨਿਤ ਪ੍ਰਤ ਗੁਰ ਕੇ ਦਰਸ਼ਨ ਆਵੈ। ਨਿਤ ਪ੍ਰਤ ਦੂਰ ਦੂਰ ਦੇਸ਼ਾਂ ਦੇ ਮਸੰਦ ਆਦਿਕਿਆ ਬੇਅੰਤ ਸਿੱਖ ਸੰਗਤਾਂ ਮਹਾਰਾਜ ਜੀ ਕੇ ਦਰਸ਼ਨ ਪਾਉਣ ਇਹ ਸਥਾਨਪੁਰ ਪਟਨੇ ਦੀ ਧਰਤੀ ਤੇ ਨਿਤਾ ਪ੍ਰਤ ਹਾਜ਼ਰ ਹੁੰਦੇ ਹਨ। ਤਰੈ ਕਾਮਨਾ ਬਾਂਛੰਤ ਪਾਵੈ। ਜੋ ਵੀ ਆਪਣੀ ਹਿਰਦੇ ਦੀ ਕੋਈ ਮਨ ਦੀ ਕਾਮਨਾਵਾਂ ਲੈ ਕਰਕੇ ਮਹਾਰਾਜ ਜੀ ਕੇ ਘਰ ਆਉਂਦਾ ਹੈ, ਮਹਾਰਾਜ ਜੀ ਕੇ ਦਰਸ਼ਨ ਕਰਨ ਉਪਰੰਤ ਆਸੀਸ ਲੈ ਕਰਕੇ ਆਪਣੀ ਭਾਵਨਾ ਪੂਰਤੀ ਹੁੰਦੀ ਹੈ। ਇਹ ਸਤਿਗੁਰ ਨਵ ਤਨ ਮਗ ਚਾਹੇ। ਇਹ ਸਤਿਗੁਰ ਨਵ ਤਨ ਮਗ ਚਾਹੇ। ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਨਵ ਤਨ ਭਾਵ ਨਵੇਕਲਾ ਮਗ ਰਸਤਾ ਚਾਹੁੰਦੇ ਹਨ। ਮਹਾਰਾਜ ਜਿਸ ਢੰਗ ਦੇ ਨਾਲ ਵਿਚਰ ਰਹੇ ਹਨ ਨਾ ਤੇ ਮਸੰਦੇ ਸੋਚਦੇ ਹਨ ਵੀ ਪਹਿਲੇ ਗੁਰੂ ਸਾਹਿਬਾਨ ਜਿਸ ਬਿਦ ਗੁਰੂ ਤੇਗ ਬਹਾਦਰ ਮਹਾਰਾਜ ਵਿਚਰਦੇ ਸਨ ਉਹਨਾਂ ਦਾ ਮਾਰਗ ਤੇ ਸਹਿਜ ਭਾਉ ਭਗਤੀ ਵਿੱਚ ਟਿਕ ਕੇ ਆਰਾਮ ਨਾਲ ਜਗਤ ਵਿੱਚ ਵਿਚਰਿਆ ਕਰਦੇ ਸਨ। ਲੇਕਿਨ ਬਾਲ ਉਮਰ ਦੇ ਵਿੱਚ ਹੀ ਜਿਸ ਵੇਲੇ ਸ਼ਸਤਰਾਂ ਦੇ ਅਭਿਆਸ, ਸਾਥੀਆਂ ਦੇ ਨਾਲ ਟੋਲੀਆਂ ਬਣਾ ਕੇ ਜੰਗਾਂ ਕਰਨੀਆਂ, ਗੁਲੇਲਾਂ ਚਲਾਉਣੀਆਂ ਜਾਂ ਹਕੂਮਤਾਂ ਦੇ ਆਏ ਹੋਏ ਸਿਪਾਹੀਆਂ ਨਾਲ ਵਾਰਤਾਲਾਪ ਕਰਨੀ, ਇਹ ਕੁਝ ਨਵੇਕਲਾ ਹੋ ਰਿਹਾ, ਕੁਝ ਨਵਾਂ ਹੋ ਰਿਹਾ। ਤੇ ਉਹ ਮਸੰਦ ਜਦੋਂ ਵੇਖਦੇ ਹਨ ਨਾ ਆਪਸ ਵਿੱਚ ਵਿਚਾਰਾਂ ਕਰਦੇ ਹਨ ਵੀ ਇਹ ਜਿਹੜੇ 10ਵੇਂ ਅਵਤਾਰ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਪ੍ਰਗਟੇ ਹਨ ਇਹ ਜ਼ਰੂਰ ਕੁਝ ਨਾ ਕੁਝ ਨਵਾਂ ਕਰਨਗੇ। ਕਿਉਂਕਿ ਇਹਨਾਂ ਦੇ ਵਿਚਰਨ ਦਾ ਜਿਹੜਾ ਢੰਗ ਹੈ ਨਾ ਉਹ ਪਹਿਲੇ ਗੁਰੂਵਤ ਬੜੇ ਸਹਿਜ ਸੁਭਾਅ। ਹਾਲਾਂਕਿ ਬਖਸ਼ਿਸ਼ ਤੇ ਹੋਈ ਹੈ ਜੋ ਤੂੰ ਆ ਜੁਗਤ ਸਾਇ ਸਹਿਕਾਇਆ ਫਿਰ ਪਲਟੀ ਹੈ, ਲੇਕਿਨ ਸਮੇਂ ਦੀ ਜਿਹੜੀ ਲੋੜ ਹੈ, ਸਮੇਂ ਦੀ ਜੋ ਦਿਸ਼ਾ ਨਿਰਦੇਸ਼ ਆ ਰਹੇ ਹਨ ਉਸ ਵਿਦ ਜਿਸ ਵਿਦ ਮਹਾਰਾਜ ਵਿਚਰਦੇ ਹਨ ਤੇ ਆਪਣੇ ਆਪ ਵਿੱਚ ਇੱਕ ਅਨੁਮਾਨ ਲਾ ਰਹੇ ਹਨ ਵੀ ਨਵਤਨ ਮਗ ਚਾਹੇ ਜ਼ਰੂਰ ਕੁਝ ਨਵਾਂ ਕਰਨਗੇ ਜੀ। ਜਗਤ ਰੀਤ ਮੈਂ ਨਹਿਨ ਉਮਾਹੇ। ਜਗਤ ਰੀਤ ਮੈਂ ਭਾਵ ਜਿਵੇਂ ਤੋਂ ਇੱਕ ਰੀਤ ਚੱਲੀ ਆਉਂਦੀ ਹੈ, ਜਿਵੇਂ ਤੋਂ ਪਹਿਲੇ ਗੁਰੂ ਸਾਹਿਬਾਨ ਵਿਚਰਦੇ ਆਏ, ਜਗਤ ਵਿੱਚ ਪ੍ਰਸਾਰ ਕਰਦੇ ਆਏ, ਸਹਿਜ ਸੁਭਾਅ ਧਰਮ ਦੀ ਸਿੱਖਿਆ ਜਾਂ ਜਦੋਂ ਕਿਤੇ ਕੋਈ ਲੋੜ ਪਈ ਜੰਗ ਜੁੱਧ ਕਰਨਾ। ਲੇਕਿਨ ਇੱਥੇ ਹੁਣ 10ਵੇਂ ਅਵਤਾਰ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਆਪਣੀ ਮੌਜ ਵਿੱਚ ਵਿਚਰ ਰਹੇ ਹਨ। ਸੋ ਇਹ ਕੁਝ ਵੱਖਰਾ ਉਹਨਾਂ ਨੂੰ ਦਿਸ ਰਿਹਾ ਹੈ। ਸੰਗਤ ਪਟਨੇ ਬਸੈ ਮਹਾਨੀ। ਨਾਲ ਭਾਈ ਸੰਤੋਖ ਸਿੰਘ ਸਾਹਿਬ ਜ਼ਿਕਰ ਕਰਦੇ ਹਨ ਵੀ ਪਟਨਾ ਸ਼ਹਿਰ ਦੇ ਵਿੱਚ ਵੀ ਮਹਾਰਾਜ ਜੀ ਨੂੰ ਪ੍ਰੇਮ ਕਰਨ ਵਾਲੀ ਬਹੁਤ ਸੰਗਤ ਹੈ ਹੁਣ, ਕਿਉਂਕਿ ਬਹੁਤ ਸਮਾਂ ਹੋ ਚੁੱਕਿਆ ਮਹਾਰਾਜ ਜੀਆਂ ਨੂੰ ਇੱਥੇ ਟਿਕਿਆ ਹੋਇਆ। ਕੋਈ 4-5 ਵਰ੍ਹਿਆਂ ਤੋਂ ਵੱਧ ਦਾ ਸਮਾਂ ਬਤੀਤ ਹੋ ਚੁੱਕਿਆ ਜਦੋਂ ਤੋਂ ਮਹਾਰਾਜ ਆਪ ਪੂਰਬ ਦੇਸ਼ ਗਏ ਸਨ। ਮਹਾਰਾਜ ਆਪਣੇ ਪਰਿਵਾਰ ਨੂੰ ਇਸ ਸਥਾਨ ਤੇ ਟਿਕਾ ਗਏ ਸਨ, ਰੋਕ ਗਏ ਸਨ। ਇਹ ਬਿਰਤਾਂਤ ਆਪਾਂ 10ਵੇਂ ਅਵਤਾਰ ਬਾਣੀ ਦੇ ਅੰਦਰੋਂ ਵੀ ਪੜ੍ਹਦੇ ਹਾਂ। ਮਹਾਰਾਜ ਜੀ ਕੀ ਜਿਹੜੀ ਬਾਣੀ ਹੈ, ਜਬਿ ਜਾਤ ਤ੍ਰਿਵੇਣੀ ਪਏ ਪੁੰਨ ਦਾਨ ਕਰਤ ਬਿਤਾਈ। ਸੋ ਉਸ ਸਮੇਂ ਤੋਂ ਲੈ ਕਰਕੇ ਹੁਣ ਤੱਕ ਮਹਾਰਾਜ ਜੀ ਕੀ ਬਖਸ਼ਿਸ਼ ਸਦਕਾ ਇਸ ਦੇਸ਼ ਵਿੱਚ ਬੇਅੰਤ ਸੰਗਤਾਵਾਂ ਮਹਾਰਾਜ ਜੀ ਕੇ ਚਰਨਾਂ ਨਾਲ ਜੁੜੀਆਂ ਹੋਈਆਂ ਹਨ ਤੇ ਬਹੁਤ ਵੱਡੀ ਸੰਗਤ ਹੈ। ਸਭਨ ਕੇ ਮਨ ਕੀ ਗੁਰ ਜਾਨੀ। ਅੰਤਰਯਾਮੀ ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਸਾਰਿਆਂ ਦੇ ਮਨ ਦੀ ਜੋ ਭਾਵਨਾ ਹੈ, ਜੋ ਵਿਚਿਤਵਣੀ ਹੈ, ਜੋ ਵਿਚਾਰ ਹੈ, ਅੰਤਰਯਾਮੀ ਜਾਣਦੇ ਹਨ। ਇਹ ਪੂਰਬ ਨਰ ਸਹਿਜ ਸੁਭਾਉ। ਤੇ ਮਹਾਰਾਜ ਇਹ ਵੀ ਵੇਖਦੇ ਹਨ ਵੀ ਇਹ ਜਿਹੜੇ ਪੂਰਬ ਦੇਸ਼ ਦੇ ਮਨੁੱਖ ਹਨ, ਜਿਹੜੇ ਪੂਰਬ ਦੇਸ਼ ਦੀ ਜੋ ਲੋਕਾਈ ਹੈ, ਸੰਗਤ ਹੈ, ਸਹਿਜ ਸੁਭਾਅ, ਇੱਕ ਸਹਿਜ ਸੁਭਾਅ ਦੇ ਅੰਦਰ ਹਨ। ਖਿਨਕ ਭਾਉ ਤਰ ਖਿਨਕ ਅਭਾਉ। ਖਿਨਕ ਭਾਵ ਜਿਹੜਾ ਇਹਨਾਂ ਦਾ ਪ੍ਰੇਮ ਹੈ ਨਾ, ਜੋ ਇਹਨਾਂ ਦਾ ਪ੍ਰੇਮ ਹੈ ਉਹ ਕੁਝ ਐਸਾ ਹੈ ਵੀ ਖਿਨ ਵਿੱਚ ਤੇ ਭਾਵਨਾ ਵਿੱਚ ਆ ਜਾਂਦੇ ਨੇ ਤੇ ਖਿਨ ਵਿੱਚ ਹੀ ਅਭਾਵਨਾ, ਜਿਵੇਂ ਭਾਵਨਾ ਵਿਹੀਨ ਹੋ ਜਾਣਾ। ਹਾਲਾਂਕਿ ਗੁਰਸਿੱਖ ਮਾਰਗ ਦੇ ਅੰਦਰ, ਗੁਰਮਤਿ ਦੇ ਵਿੱਚ ਗੁਰਸਿੱਖ ਦਾ ਜਿਹੜਾ ਪ੍ਰੇਮ ਹੈ ਨਾ, ਭਾਵਨਾ ਵਿਹੀਨ ਵਾਲੀ ਕੋਈ ਬਾਤ ਨਹੀਂ ਹੋਣੀ ਚਾਹੀਦੀ। ਗੁਰੂ ਪ੍ਰਤੀ ਸੱਚਾ ਸੁੱਚਾ ਪ੍ਰੇਮ, ਸੱਚੀ ਸ਼ਰਧਾ
ਲੇਕਿਨ ਮਹਾਰਾਜ ਵੇਖਦੇ ਹਨ ਵੀ ਜਿਹੜੇ ਇੱਧਰ ਦੇਸ਼ ਵਸਣ ਵਾਲੇ ਲੋਕ ਹਨ ਨਾ, ਭਾਵਨਾ ਤੇ ਜ਼ਰੂਰ ਪੈਦਾ ਕਰਦੇ ਹਨ, ਗੁਰੂ ਪ੍ਰਤੀ ਭਾਵਨਾ ਤੇ ਹੈ, ਲੇਕਿਨ ਕਿਤੇ ਕਿਤੇ ਉਸ ਭਾਵਨਾ ਵਿੱਚ ਕੁਝ ਕਾਰਨਾਂ ਕਰਕੇ ਖੜੋਤ ਆ ਜਾਂਦੀ ਹੈ। ਖਿਨਕਾ ਭਾਵ ਵੀ ਕਦੇ ਭਾਵਨਾ ਬਣ ਜਾਂਦੀ ਹੈ, ਕਦੇ ਭਾਵਨਾ ਦੇ ਵਿੱਚ ਕਿਤੇ ਕੋਈ ਅਟਕ ਆ ਜਾਂਦੀ ਹੈ ਤੇ ਭਾਵਨਾ ਵਿਹੀਨ ਹੋ ਜਾਂਦੇ ਹਨ। ਦ੍ਰਿੜ ਨਿਸ਼ਚਾ ਨ ਧਾਰਨ ਕਰੈ। ਇਹ ਦ੍ਰਿੜ ਨਿਸ਼ਚਾ ਨਹੀਂ ਬਣ ਰਿਹਾ ਸੰਗਤ ਦੇ ਅੰਦਰ। ਭਾਵੇਂ ਕਿ ਠੀਕ ਹੈ, ਬੇਅੰਤ ਸੰਗਤਾਂ ਮਹਾਰਾਜ ਜੀ ਕੇ ਚਰਨਾਂ ਦੇ ਅੰਦਰ ਨਮਸਕਾਰ ਕਰਦੀਆਂ ਹਨ, ਲੇਕਿਨ ਜੋ ਮਹਾਰਾਜ ਮਹਿਸੂਸ ਕਰ ਰਹੇ ਹਨ, ਵਿਚਾਰ ਰਹੇ ਹਨ ਕਿ ਦ੍ਰਿੜ ਨਿਸ਼ਚਾ ਨਹੀਂ ਬਣ ਰਿਹਾ। ਜਿਸ ਵੇਲੇ ਦ੍ਰਿੜ ਨਿਸ਼ਚਾ ਹੋਣਾ ਚਾਹੀਦਾ ਨਾ ਸਿੱਖ ਦੇ ਅੰਦਰ, ਉਹਦੀ ਕੁਝ ਘਾਟ ਲੱਗ ਰਹੀ ਹੈ। ਤੇ ਮੈਨੂੰ ਲੱਗਦਾ ਵੀ ਜਿੱਦਾਂ ਆਪਾਂ ਇਤਿਹਾਸ ਵਿੱਚ ਨਿਗਾਹ ਮਾਰਦੇ ਹਾਂ ਤੇ ਕੁਝ ਐਸੀਆਂ ਘਟਨਾਵਾਂ ਸਾਨੂੰ ਮਿਲਦੀਆਂ ਨੇ, ਕੁਝ ਐਸੀਆਂ ਵਿਚਾਰਾਂ ਮਹਾਰਾਜ ਕੇ ਇਤਿਹਾਸ ਵਿੱਚ ਮਿਲਦੀਆਂ ਨੇ। ਇਹਦਾ ਕਾਰਨ ਵੀ ਇਹੀ ਹੋ ਸਕਦਾ ਵੀ ਮਹਾਰਾਜ ਦੂਰ ਦੂਰ ਦੇਸ਼ਾਂ ਤੱਕ ਗਏ ਨੇ, ਲੇਕਿਨ ਜਿਹੜੀ ਕਿਰਪਾ, ਜਿਹੜੀ ਬਖਸ਼ਿਸ਼ ਪੰਜਾਬ ਦੇਸ਼ ਦੀ ਧਰਤੀ ਤੇ ਜਿਹੜੀ ਸਿੱਖੀ ਪੰਜਾਬੀਅਤ ਨੂੰ ਇੱਥੋਂ ਦੇ ਮਨੁੱਖਾਂ ਨੂੰ ਮਿਲੀ ਹੈ, ਜੋ ਇਹਨਾਂ ਦੇਸ਼ਾਂ ਦੇ ਵਿੱਚ ਮਹਾਰਾਜ ਕੀ ਬਖਸ਼ਿਸ਼ ਹੋਈ, ਜ਼ਰੂਰ ਕਿਤੇ ਨਾ ਕਿਤੇ ਭਾਵਨਾ ਵਿੱਚ ਕੋਈ ਘਾਟ ਰਹੀ ਹੋਵੇਗੀ, ਨਹੀਂ ਤਾਂ ਉੱਥੇ ਵੀ ਬਹੁਤ ਕਿਰਪਾ ਵਰਤਣੀ ਸੀ। ਐਸੀ ਨਹੀਂ ਹੈ ਵੀ ਮਹਾਰਾਜ ਕੀ ਕਿਰਪਾ ਨਹੀਂ ਹੈ, ਬਹੁਤ ਹੈ, ਲੇਕਿਨ ਜਿਤਨੀ ਬਖਸ਼ਿਸ਼ ਮਹਾਰਾਜ ਜੀਆਂ ਨੇ ਇਹਨਾਂ ਸਥਾਨਾਂ ਤੇ ਵਰਤਾਈ ਹੈ, ਉਹਦੇ ਮੁਤਾਬਕ ਜੇਕਰ ਅਸੀਂ ਵੇਖਾਂਗੇ ਤੇ ਪੂਰਨ ਤੌਰ ਤੇ ਸਾਨੂੰ ਉਹ ਨਜ਼ਰ ਬਹੁਤ ਘੱਟ ਆਉਂਦਾ ਹੈ। ਸੋ ਇਸ ਵਿੱਚ ਮਹਾਰਾਜ ਵਿਚਾਰਦੇ ਹਨ ਵੀ ਭਾਵਨਾ ਵੀ ਹੈ ਤੇ ਭਾਵਨਾ ਵਿਹੀਨ ਵੀ ਹੋ ਜਾਂਦੇ ਹਨ। ਦ੍ਰਿੜ ਨਿਸ਼ਚਾ ਨ ਧਾਰਨ ਕਰੈ, ਜਿਵੇਂ ਇੱਕ ਦ੍ਰਿੜ ਨਿਸ਼ਚਾ ਬਣਾ ਕੇ ਗੁਰੂ ਤੇ ਭਰੋਸਾ ਰੱਖ ਕੇ ਮਨੁੱਖ ਤੁਰਦਾ ਹੈ, ਉਹ ਨਹੀਂ ਹੈ। ਉਹ ਕਾਮਨਾ ਸਰਦਾ ਤਰੈ। ਫਿਰ ਭਾਵਨਾ ਕਦੋਂ ਬਣਦੀ ਹੈ? ਜਦੋਂ ਕੋਈ ਮਨੁੱਖਾ ਮਨ ਦੇ ਅੰਦਰ ਕਾਮਨਾ ਜਾਗਦੀ ਹੈ, ਜਦੋਂ ਕੋਈ ਲੋੜ ਪੈ ਗਈ, ਕੋਈ ਦੁੱਖ ਆ ਗਿਆ, ਕੋਈ ਧਨ ਦੀ ਪ੍ਰਾਪਤੀ ਲਈ, ਕੋਈ ਸੰਸਾਰਿਕ ਸੁੱਖ ਦੁੱਖ ਲਈ, ਜਦੋਂ ਤੇ ਕੋਈ ਲੋੜ ਪੈ ਗਈ, ਉਦੋਂ ਤੇ ਗੁਰੂ ਪ੍ਰਤੀ ਸ਼ਰਧਾ ਭਾਵਨਾ ਨਾਲ ਆ ਕਰਕੇ ਮਹਾਰਾਜ ਕੇ ਚਰਨਾਂ ਵਿੱਚ ਬੇਨਤੀ ਕਰਨੀ ਜਾਂ ਸੇਵਾ ਕਰਨੀ, ਮਹਾਰਾਜ ਕੀ ਹਜ਼ੂਰੀ ਵਿੱਚ ਆਉਣਾ ਜੀ। ਮਦਰ ਦੇਸ਼ ਕੋ ਚਿਤਵਤ ਰਹੈ। ਮਦਰ ਦੇਸ਼, ਲੇਕਿਨ ਮਦਰ ਦੇਸ਼ ਜਿਹੜਾ ਪੰਜਾਬ ਦੇਸ਼ ਹੈ, ਉੱਥੋਂ ਦੀ ਬਖਸ਼ਿਸ਼ ਕੁਝ ਹੋਰ ਹੈ। ਮਹਾਰਾਜ ਇੱਧਰ ਨੂੰ ਕਿਉਂ ਚਿਤਵਦੇ ਹਨ? ਉਹਦੇ ਵੀ ਕੁਝ ਕਾਰਨ ਹਨ। ਆਪਣੋ ਥਾਨ ਹਿਰਦੈ ਮੈਂ ਲਹੈ। ਆਪਣਾ ਜਿਹੜਾ ਸਥਾਨ ਹੈ, ਜਿਸ ਸਥਾਨ ਤੇ ਮਹਾਰਾਜ ਜੀ ਦਾ ਆਪਣਾ ਵਸੇਬਾ, ਕਿਉਂਕਿ ਮਦਰ ਦੇਸ਼ ਸਾਰਾ ਪੰਜਾਬ ਦੇਸ਼ ਹੈ। ਭਾਵੇਂ ਕਿ ਹੁਣ ਤਾਂ ਠੀਕ ਹੈ, ਇਹ ਵੰਡਿਆ ਗਿਆ, ਬਹੁਤ ਛੋਟਾ ਹਿੱਸਾ ਰਹਿ ਗਿਆ, ਲੇਕਿਨ ਮਹਾਰਾਜ ਜਿਸ ਵਕਤ ਇਸ ਧਰਤੀ ਤੇ ਪ੍ਰਗਟ ਹੋਏ ਹਨ, ਬਹੁਤ ਵੱਡਾ ਦੇਸ਼ ਹੈ ਗੁਰਮੁਖੋ। ਸੋ ਮਹਾਰਾਜ ਇਸ ਦੇਸ਼ ਨੂੰ ਚਿਤਵਦੇ ਹਨ, ਕਿਉਂਕਿ ਇੱਥੇ ਕੁਦਰਤੀ ਤੌਰ ਤੇ ਹੋਰ ਵੀ ਬਹੁਤ ਕਿਰਪਾ ਵਰਤਦੀ ਹੈ। ਬੜੇ ਹਮਾਰੇ ਬਾਸਤ ਨੀਤ। ਮਹਾਰਾਜ ਕਿਉਂ ਚਿਤਵਦੇ ਹਨ? ਇੱਕ ਤੇ ਜਿਹੜਾ ਪਿੱਛੇ ਕਾਰਨ ਆਇਆ ਹੈ, ਇਹਦਾ ਅੱਗੇ ਵੀ ਥੋੜਾ ਵਿਖਿਆਨ ਗੱਲ ਸਪਸ਼ਟ ਹੋ ਜਾਏਗੀ ਇਤਿਹਾਸ ਵਿੱਚ ਹੀ। ਦੂਸਰਾ ਭਾਈ ਸਾਹਿਬ ਜੀ ਦੱਸਦੇ ਹਨ ਵੀ ਬੜੇ ਹਮਾਰੇ ਬਾਸਤ ਨੀਤ। ਮਹਾਰਾਜ ਜੀ ਕੇ ਜਿਤਨੇ ਵੀ, ਇਉਂ ਕਹਿ ਲਈਏ ਜਿਵੇਂ ਵੱਡੇ ਗੁਰੂ ਸਾਹਿਬਾਨ ਜਾਂ ਮਹਾਰਾਜ ਜੀ ਜਿਸ ਕੁਲ ਵਿੱਚੋਂ ਹੁਣ ਸੋਢੀ ਕੁਲ ਦੇ ਮਾਲਕ, ਸੋ ਸਾਰੇ ਦੇ ਸਾਰੇ ਜਿਤਨੇ ਵੀ ਸੰਬੰਧੀ ਹਨ ਜਾਂ ਵੱਡੇ ਗੁਰੂ ਸਾਹਿਬਾਨ, ਸਾਰੇ ਇਸ ਦੇਸ਼ ਪੰਜਾਬ ਦੇਸ਼ ਦੇ ਅੰਦਰ ਹੀ ਵਿਚਰੇ ਹਨ। ਸਭ ਨਰ ਜਾਣਤ ਗੁਰ ਕੀ ਰੀਤ। ਤੇ ਇੱਥੋਂ ਦਾ ਹਰ ਇੱਕ ਮਨੁੱਖ ਸਤਿਗੁਰੂ ਜੀ ਕੀ ਰੀਤ, ਪਿਆਰ ਜੋ ਹੈ, ਮਹਾਰਾਜ ਕੀ ਜਿਹੜੀ ਬਖਸ਼ਿਸ਼ ਹੈ, ਉਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ। ਜਾਣਦਾ ਕਿ ਅਸੀਂ ਕਹਾਂਗੇ ਮਾਣਿਆ ਵੀ ਬਹੁਤ ਹੈ, ਬਹੁਤਿਆਂ ਨੇ ਜਿਨ੍ਹਾਂ ਨੇ ਮਹਾਰਾਜ ਜੀ ਕੇ ਚਰਨਾਂ ਤੇ ਪ੍ਰੇਮ ਧਰਿਆ। ਬਹੁਤ ਬਖਸ਼ਿਸ਼ਾਂ ਗੁਰੂ ਨਾਨਕ ਸਾਹਿਬ ਜੀਆਂ ਦੇ ਚਰਨਾਂ ਤੋਂ ਉਹਨਾਂ ਗੁਰਮੁਖਾਂ ਨੇ ਪਾਈਆਂ ਹਨ। ਤਨ ਮਨ ਧਨ ਅਰਪਨ ਸਭ ਕਰੈ। ਇਹ ਪੰਜਾਬ ਦੇਸ਼ ਦੇ ਜਿਹੜੇ ਵਸਿੰਦੇ ਹਨ, ਜਿੱਥੇ ਮਹਾਰਾਜ ਕੀ ਬਖਸ਼ਿਸ਼ ਵਰਤੀ ਹੈ, ਜਦੋਂ ਕਿਤੇ ਭਾਵਨਾ ਵਿੱਚ ਆ ਕਰਕੇ ਟਿਕਦੇ ਹਨ, ਮਹਾਰਾਜ ਜੀ ਕੇ ਚਰਨਾਂ ਚਾਹੁੰਦੇ ਹਨ, ਫਿਰ ਪੂਰਨ ਤੌਰ ਤੇ ਸਮਰਪਿਤ ਹੋ ਜਾਂਦੇ ਹਨ। ਤਨ ਕੀ ਮਨ ਕੀ ਧਨ ਸਭ ਅਰਪ ਦਿੰਦੇ ਹਨ। ਇਕ ਸਮ ਸਦਾ ਪ੍ਰੇਮ ਕੋ ਧਰੈ। ਤੇ ਜਦੋਂ ਕੋਈ ਗੁਰੂ ਚਰਨਾਂ ਦੇ ਨਾਲ ਜੁੜਦਾ ਹੈ, ਇੱਕ ਸਮ ਸਦਾ ਪ੍ਰੇਮ ਕੋ ਧਰੈ। ਬਸ ਇੱਕ ਵਾਰ ਜੇ ਪ੍ਰੇਮ ਬਣ ਗਿਆ ਨਾ ਗੁਰੂ ਪ੍ਰਤੀ ਹਿਰਦੇ ਵਿੱਚ, ਫਿਰ ਇਹ ਨਹੀਂ ਹੈ ਵੀ ਉਹਦੇ ਵਿੱਚ ਖੜੋਤ ਆ ਜਾਏਗੀ, ਪਰਤ ਕੇ ਸਿੱਖ ਨੇ ਗੁਰੂ ਵੱਲ ਜਾਣਾ ਨਹੀਂ। ਬਹੁਤ ਭਾਵਨਾ ਸੀ। ਸੋ ਇਸ ਵਿੱਚ ਜਿਤਨੇ ਵੀ ਮਹਾਰਾਜ ਕੇ ਇਸ ਦੇਸ਼ ਵਿੱਚ ਸਿੱਖ ਵਸਦੇ ਹਨ, ਭਾਵਾਂ ਕਿ ਮੈਂ ਇੱਥੇ ਬੇਨਤੀ ਕਰਾਂ, ਅਜੇ ਤੱਕ ਲਾਲ ਗੋਬਿੰਦ ਰਾਏ ਜੀ ਨਾ ਇਸ ਸਥਾਨ ਤੇ ਇਸ ਦੇਸ਼ ਵਿੱਚ ਪਹੁੰਚੇ ਨਹੀਂ ਹਨ। ਜਨਮ ਤੋਂ ਲੈ ਕਰਕੇ, ਅਜੇ ਪ੍ਰਗਟ ਹੋਣ ਤੋਂ ਲੈ ਕਰਕੇ ਉਸ ਦੇਸ਼ ਵਿੱਚ ਹੀ ਹਨ, ਲੇਕਿਨ ਕੁਝ ਗੁੱਝੀਆਂ ਰਮਜ਼ਾਂ ਨੇ ਅੰਤਰਯਾਮੀ ਸਤਿਗੁਰੂ ਆਪਣੇ ਅੰਤਰਾਤਮੇ ਤੋਂ ਸਭ ਜਾਣਦੇ ਹਨ। ਜੁਦ ਪਿਤਾਮੇ ਹਮਰੇ ਕੀਨਸ। ਪਿਤਾਮੇ ਗੁਰੂ हरगोविंद साहब महाराज जी का जिक्र है, क्योंकि गुरु तेग बहादुर महाराज जी के पिताजी ने
ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ। ਇਸੇ ਤਰ੍ਹਾਂ ਹੀ ਲਾਲ ਗੋਬਿੰਦ ਰਾਏ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਦਾਦਾ ਜੀ ਨੇ ਪਿਤਾਮਾ। ਸੋ ਜੁੱਧ ਪਿਤਾਮੇ ਹਮਰੇ ਕੀਨਸ, ਇਹ ਵੀ ਵਿਚਾਰਦੇ ਹਨ ਵੀ ਉਸ ਦੇਸ਼ ਵਿੱਚ ਸਾਡੇ ਪਿਤਾਮਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਕੁਝ ਯੁੱਧ ਵੀ ਲੜੇ ਹਨ। ਹੇ ਸੰਗ ਲਰ ਪ੍ਰਾਣ ਸੋ ਦੀਨਸ। ਤੇ ਬਹੁਤ ਸਾਰੇ ਐਸੇ ਭਾਵਨਾ ਵਾਲੇ ਸਿੱਖ, ਗੁਰੂ ਕੇ ਪਿਆਰ ਵਾਲੇ ਸਿੱਖ ਜਿਹੜੇ ਮਹਾਰਾਜ ਜੀ ਕੇ ਸੰਗ ਲੜੇ ਹਨ। ਆਪਾਂ ਨੂੰ ਪਤਾ ਹੈ, ਪਿੱਛੇ ਆਪਾਂ ਇਤਿਹਾਸ ਵਿੱਚ ਵੀ ਪੜ੍ਹਿਆ, ਜੋ ਬਖਸ਼ਿਸ਼ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੀਤੀ ਹੈ। ਕਿਉਂਕਿ ਇਹ ਜਿਹੜੀਆਂ ਬਾਤਾਂ ਨੇ ਨਾ ਗੁਰਮੁਖੋ, ਮੈਂ ਤੇ ਵਿੱਚ ਬੇਨਤੀ ਕਰ ਦੇਣਾ, ਭਾਵੇਂ ਕਿ ਲਾਲ ਗੋਬਿੰਦ ਰਾਏ ਜੀ ਹੋਰਾਂ ਦੀ ਅਜੇ ਉਮਰ ਬਹੁਤ ਛੋਟੀ ਹੈ, ਲੇਕਿਨ ਇਹ ਸਾਰੇ ਜਿਹੜੇ ਕਿੱਸੇ ਨੇ ਨਾ ਦਾਦੀ ਮਾਤਾ, ਮਾਤਾ ਨਾਨਕੀ ਜੀਆਂ ਨੇ ਆਪਣੇ ਲਾਲ ਜੀਆਂ ਨੂੰ ਸਰਵਣ ਕਰਵਾਏ ਨੇ। ਇਹ ਪੁਰਾਣੇ ਸਮੇਂ ਦੇ ਵਿੱਚ ਆਪਾਂ ਵੈਸੇ ਵੀ ਵੇਖਦੇ ਸਾਂ, ਸੰਸਾਰਿਕ ਵੀ ਇੱਕ ਐਸਾ ਸੁਭਾਅ ਹੁੰਦਾ ਸੀ, ਦਾਦੀਆਂ ਕਿੱਸੇ ਸੁਣਾਇਆ ਕਰਦੀਆਂ ਸਨ ਆਪਣੇ ਬੱਚਿਆਂ ਨੂੰ। ਸੋ ਮਾਤਾ ਜੀ ਕੋਈ ਕਹਾਣੀਆਂ ਜਾਂ ਕੋਈ ਇੱਦਾਂ ਦੀ ਮਨ ਘੜਤ ਬਾਤਾਂ ਨਹੀਂ, ਪਿਤਾ ਪਿਤਾਮਾ ਜੀ ਦੀਆਂ ਬਾਤਾਂ, ਵੱਡੇ ਗੁਰੂ ਸਾਹਿਬਾਨ ਜੀਓ ਕੇ ਜਿਹੜੇ ਬਚਨ ਹਨ, ਜਾਂ ਉਹਨਾਂ ਦੇ ਜਿਹੜੇ ਕਰਤੱਵ ਰਹੇ ਹਨ, ਜਿਵੇਂ ਜਿਵੇਂ ਉਹਨਾਂ ਨੇ ਲੋਕਾਈ ਦੇ ਪਰਉਪਕਾਰ ਹਿਤ ਵੱਡੇ ਕਾਰਜ ਕੀਤੇ, ਜਿਵੇਂ ਪਿਤਾਮਾ ਗੁਰੂ ਹਰਗੋਬਿੰਦ ਸਾਹਿਬ ਜੀ ਜਾਂ ਪੜਦਾਦਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿੱਦਾਂ ਸ਼ਹਾਦਤ ਦੇ ਕਰਕੇ ਗਏ, ਸਾਰੀਆਂ ਬਾਤਾਂ ਮਾਤਾ ਜੀ ਹੋਰਾਂ ਨੇ ਆਪ ਆਪਣੇ ਮੁਖ ਤੋਂ ਆਪਣੇ ਲਾਲ ਗੋਬਿੰਦ ਰਾਏ ਜੀ ਹੋਰਾਂ ਨੂੰ ਸਾਰੇ ਬਚਨ ਸਰਵਣ ਕਰਵਾਏ ਹੋਏ ਨੇ। ਸੋ ਇਸ ਵੇਲੇ ਇਹ ਵੀ ਉਹ ਜਾਣਦੇ ਹਨ ਵੀ ਜਿੱਦਾਂ ਸਾਡੇ ਪਿਤਾਮਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸ ਪੰਜਾਬ ਦੇਸ਼ ਦੀ ਧਰਤੀ ਤੇ ਜੰਗ ਲੜੇ ਹਨ, ਤੇ ਉਹਨਾਂ ਨਾਲ ਜਿਨ੍ਹਾਂ ਸਿੱਖਾਂ ਨੇ ਪ੍ਰੇਮ ਵਿੱਚ ਆ ਕਰਕੇ ਸ਼ਹਾਦਤਾਂ ਪਾਈਆਂ, ਉਹ ਤੇ ਇੱਕ ਪ੍ਰੀਤ ਦੀ ਰੀਤ ਵੱਖਰੀ ਹੈ। ਇੱਦਾਂ ਕਦੇ ਤਨ ਨਹੀਂ ਕੁਰਬਾਨ ਕੀਤੇ ਜਾਂਦੇ ਹੁੰਦੇ। ਅੰਦਰ ਟਿਕਿਆ ਹੋਵੇ, ਪੂਰਨ ਭਰੋਸਾ ਹੋਵੇ, ਗੁਰੂ ਦੇ ਬਚਨਾਂ ਦੀ ਟੇਕ ਹੋਵੇ, ਨਾਮ ਬਾਣੀ ਵਿੱਚ ਗੁਰਮੁਖ ਹਿਰਦਾ ਰੰਗਿਆ ਹੋਵੇ, ਫਿਰ ਕਦੇ ਤਨ ਦੀ ਪਰਵਾਹ ਨਹੀਂ ਕਰਦੇ, ਫਿਰ ਸ਼ਹਾਦਤ ਦਾ ਜਾਮ ਪੀਂਦੇ ਨੇ ਸੂਰਮੇ। ਸੋ ਇਸ ਵਿਦ ਰਹੇ ਸੰਗ ਲਰ ਪ੍ਰਾਣ ਸੁਦੀਨਸ, ਬਹੁਤ ਸਾਰੇ ਐਸੇ ਇਸ ਦੇਸ਼ ਦੇ ਮਨੁੱਖ ਨੇ ਜਿਹੜੇ ਮਹਾਰਾਜ ਜੀ ਕੇ ਸੰਗ ਵਿਚਰੇ, ਬੇਸ਼ੱਕ ਉਹਨਾਂ ਨੇ ਤਨ ਵਿੱਚ ਆਪਣੇ ਤਨ ਯੁੱਧ ਵਿੱਚ ਆਪਣੇ ਤਨ ਕੁਰਬਾਨ ਕਰ ਦਿੱਤੇ ਹਨ। ਇੱਕ ਦਿਨ ਪਿਤ ਮਾਤਾ ਕੇ ਸਾਥ, ਇੱਕ ਦਿਨ ਪਿਤ ਮਾਤਾ ਕੇ ਸਾਥ। ਪਿਤ ਮਾਤਾ ਤੋਂ ਭਾਵ ਆਪਣੇ ਪਿਤਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਤੇ ਉਹਨਾਂ ਦੇ ਮਾਤਾ ਜੀ ਮਾਤਾ ਨਾਨਕੀ ਜੀ। ਸੋ ਇਸ ਵੇਲੇ ਇਹਦੇ ਅਰਥ ਆਪਾਂ ਇਉਂ ਲੈਣੇ ਹਨ ਵੀ ਇੱਕ ਦਿਨ ਲਾਲ ਗੋਬਿੰਦ ਰਾਏ ਜੀ ਹੋਰਾਂ ਨੇ ਆਪਣੇ ਦਾਦੀ ਜੀ ਹੁਣਾਂ ਦੇ ਸਾਥ ਬਾਤ ਕੀਤੀ ਹੈ। ਕਰਿਓ ਬਾਕ ਸ਼੍ਰੀ ਸਤਿਗੁਰ ਨਾਥ। ਲਾਲ ਜੀ ਹੋਰਾਂ ਨੇ ਆਪਣੇ ਦਾਦੀ ਮਾਤਾ ਨਾਨਕੀ ਜੀ ਹੋਰਾਂ ਦੇ ਨਾਲ ਇਉਂ ਕੁਝ ਵਾਕ ਬਚਨ ਕੀਤੇ ਹਨ। ਮੁਝ ਕੋ ਮਦਰ ਦੇਸ ਹੀ ਭਾਵੈ। ਕਹਿਣ ਲੱਗੇ ਜੀ ਸਾਨੂੰ ਤੇ ਬਹੁਤ ਚੰਗਾ ਆਪਣਾ ਦੇਸ਼ ਮਦਰ ਦੇਸ਼ ਪੰਜਾਬ ਦੇਸ਼ ਹੀ ਲੱਗਦਾ ਹੈ। ਤਹਾਂ ਚਲਨ ਕੋ ਚਿਤ ਲਲਚਾਵੈ। ਤੇ ਮਨ ਵਿੱਚ ਵਾਰ-ਵਾਰ ਇਹ ਇੱਕ ਇਉਂ ਕਹਿ ਲਈਏ ਵੀ ਅੰਦਰੋਂ ਵਲਵਲਾ ਉੱਠਦਾ ਹੈ ਵੀ ਜਲਦੀ ਤੋਂ ਜਲਦੀ ਆਪਣੇ ਦੇਸ਼ ਪੰਜਾਬ ਦੇਸ਼ ਵਾਪਸ ਜਾਇਆ ਜਾਏ। ਪ੍ਰਥਮ ਦੇਸ਼ ਹੈ ਵਹੀ ਹਮਾਰੋ। ਪ੍ਰਥਮ ਦੇਸ਼ ਆ, ਵੇਖੋ ਕਿੰਨੀ ਸਪਸ਼ਟ ਬਾਤ ਹੈ ਗੁਰੂ। ਪ੍ਰਥਮ ਦੇਸ਼ ਹੈ ਵਹੀ ਹਮਾਰੋ। ਹੁਣ ਜੇ ਅਸੀਂ ਕਹਾਂਗੇ ਨਾ ਵੀ ਸਰੀਰ ਕਰਕੇ ਗੁਰੂ ਗੋਬਿੰਦ ਰਾਏ ਜੀ ਤੇ ਅਜੇ ਪ੍ਰਗਟੇ ਉਸ ਧਰਤੀ ਤੇ ਹਨ ਤੇ ਪੰਜਾਬ ਦੇਸ਼ ਤੇ ਚਰਨ ਹੀ ਨਹੀਂ ਪਾਇਆ, ਲੇਕਿਨ ਕਹਿ ਰਹੇ ਨੇ ਵੀ ਸਾਡਾ ਪਹਿਲਾ ਦੇਸ਼ ਹੋਈ ਹੈ। ਇਹਦਾ ਭਾਵ ਅਰਥ ਕੀ ਹੈ ਵੀ ਇਹ ਜੋਤ ਜਿਨ੍ਹਾਂ ਸਰੀਰਾਂ ਵਿੱਚ ਪਹਿਲੇ ਜਗੀ ਹੈ, ਗੁਰੂ ਨਾਨਕ ਸਾਹਿਬ ਜੀਆਂ ਤੋਂ ਲੈ ਕਰਕੇ 9ਵੇਂ ਨਾਨਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੱਕ ਇਹ ਗੁਰੂ ਨਾਨਕ ਜੀ ਕੀ ਜੋਤ ਜਿਨ੍ਹਾਂ ਘਟਾਂ ਵਿੱਚ ਰਹੀ ਹੈ, ਉਹ ਸਾਰੇ ਗੁਰੂ ਸਾਹਿਬਾਨ ਜੀਆਂ ਨੇ ਇਸ ਧਰਤੀ ਤੇ ਮੁਬਾਰਕ ਆਪਣਾ ਵਸੇਬਾ ਰੱਖਿਆ, ਇਸ ਧਰਤੀ ਤੇ ਵਿਚਰੇ ਹਨ। ਤੇ ਮਹਾਰਾਜ ਵੀ ਕਹਿ ਰਹੇ ਹਨ ਵੀ ਸਾਡਾ ਦੇਸ਼ ਤਾਂ ਉਹੀ ਹੈ, ਪ੍ਰਥਮ ਵਹੀ ਹੈ ਦੇਸ਼, ਪ੍ਰਥਮ ਦੇਸ਼ ਹੈ ਵਹੀ ਹਮਾਰੋ। ਭਾਵ ਅਸੀਂ ਹੁਣ ਤੱਕ ਉਹਨਾਂ ਦੇਸ਼ਾਂ ਵਿੱਚ ਹੀ ਬਹੁਤਾ ਵਿਚਰੇ ਹਾਂ। ਥਾਨ ਬੜਨ ਕੇ ਤਹਿ ਨਿਰਧਾਰੋ। ਤੇ ਉੱਥੇ ਜਿਹੜੇ ਸਾਡੇ ਵੱਡੇ ਪੁਰਖਿਆਂ ਦੇ ਸਥਾਨ ਹਨ, ਜਿਵੇਂ ਵੱਡੇ ਗੁਰੂ ਸਾਹਿਬਾਨ ਪਿਤਾ ਗੁਰਦੇਵ ਗੁਰੂ ਤੇਗ ਬਹਾਦਰ ਮਹਾਰਾਜ ਤੇ ਵਿਚਰ ਰਹੇ ਹਨ, ਉਸ ਤੋਂ ਪਹਿਲੇ ਵਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ, ਗੁਰੂ ਹਰਿਰਾਏ ਸਾਹਿਬ, ਗੁਰੂ ਹਰਗੋਬਿੰਦ ਜੀ, ਜਾਂ ਗੁਰੂ ਨਾਨਕ ਸਾਹਿਬ ਜੀਆਂ ਤੋਂ ਲੈ ਕਰਕੇ ਹੀ ਜਿਤਨੇ ਵੀ ਮੁਬਾਰਕ ਸਥਾਨ ਹਨ, ਜਿਨ੍ਹਾਂ ਸਥਾਨਾਂ ਤੇ ਗੁਰੂ ਜੋਤ ਨੇ ਬਖਸ਼ਿਸ਼ਾਂ ਕੀਤੀਆਂ ਹਨ, ਮਹਾਰਾਜ ਵਿਚਰੇ ਹਨ, ਅਸੀਸਾਂ ਦਿੱਤੀਆਂ ਹਨ, ਇਹ ਜਿਹੜੇ ਸਥਾਨ ਤੀਰਥ ਸਥਾਨ ਮਹਾਰਾਜ ਜੀਆਂ ਨੇ ਬਣਾਏ ਹਨ। ਜਿਵੇਂ ਗੁਰੂ ਨਾਨਕ ਸਾਹਿਬ ਜੀ ਹੋਰਾਂ ਨੇ ਕਰਤਾਰਪੁਰ ਪੰਜਾਬ ਦੇਸ਼ ਦੀ ਧਰਤੀ ਸੀ, ਚਲੋ ਅੱਜ ਦੇਸ਼ ਦੀ ਵੰਡ ਕਰਕੇ ਵੱਖਰਾ ਹਿੱਸਾ ਬਣ ਗਿਆ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਨੇ ਗੋਇੰਦਵਾਲ ਬਣਾਇਆ। ਚੌਥੇ ਨਾਨਕ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕੀ ਕਿਰਪਾ ਸਦਕਾ ਅੰਮ੍ਰਿਤਸਰ ਵਸਿਆ। ਉਹ ਸਾਰੇ ਸਥਾਨ ਨੇ, ਮੁਬਾਰਕ ਸਥਾਨ ਨੇ,
ਜਿਨ੍ਹਾਂ ਸਥਾਨਾਂ ਤੇ ਗੁਰੂ ਜੋਤ ਜਗੀ ਹੈ, ਜਿਨ੍ਹਾਂ ਸਥਾਨਾਂ ਤੇ ਸਰੀਰ ਕਰਕੇ ਮਹਾਰਾਜ ਵਿਚਰ ਕੇ ਇਹ ਸਾਰੀਆਂ ਵੱਡੀਆਂ ਪਵਿੱਤਰ ਸੇਵਾਵਾਂ ਕਰਵਾਉਂਦੇ ਹਨ। ਅਨੇਕ ਬਿਲਾਸ ਕਰਤ ਤੈ ਰਹੇ। ਅਨੇਕ ਬਿਲਾਸ ਵੀ ਸਾਡੇ ਜਿਹੜੇ ਵਡੇਰੇ ਪੁਰਖ ਵੱਡੇ ਹਨ, ਵੱਡੇ ਗੁਰੂ ਸਾਹਿਬਾਨ ਤੇ ਹੋਰ ਜਿਤਨੇ ਵੀ ਸੋਢੀ ਕੁਲਵੰਸ਼ੀ ਸੰਬੰਧੀ ਹਨ, ਜਿਹੜੇ ਇਹਨਾਂ ਥਾਵਾਂ ਤੇ ਵਸਦੇ ਰਹੇ ਹਨ। ਹਮ ਸਿੱਖਿਆਂ ਤੇ ਸੁਣ ਕਰ ਚਹੇ। ਤੇ ਅਸੀਂ ਇਹ ਬਹੁਤ ਸਿੱਖਿਆਵਾਂ ਵਿਥਿਆਵਾਂ ਜਿਹੜੀਆਂ ਸਿੱਖਾਂ ਤੋਂ ਸਰਵਣ ਕੀਤੀਆਂ ਹਨ, ਕਿਉਂਕਿ ਬੇਅੰਤ ਪੰਜਾਬ ਦੇਸ਼ ਦੀ ਸੰਗਤ ਤੇ ਹੋਰ ਦੇਸ਼ਾਂ ਦੀਆਂ ਸੰਗਤਾਂ ਮਹਾਰਾਜ ਜੀ ਕੀ ਹਜ਼ੂਰੀ ਅੰਦਰ ਪਟਨਾ ਸਾਹਿਬ ਜੁੜਦੀਆਂ ਸਨ, ਫਿਰ ਬਾਤਾਂ ਚੱਲ ਪੈਂਦੀਆਂ ਸਨ। ਤੇ ਬਹੁਤ ਸਾਰੇ ਸਿੱਖ ਐਸੇ ਸਨ, ਭਾਵੇਂ ਕਿ ਠੀਕ ਹੈ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਤੇ ਵਿਚਰ ਰਹੇ ਹਨ, ਪਰੰਤੂ ਸਮਾਂ ਪਾ ਕਰਕੇ ਉਹ ਸਾਰੀਆਂ ਬੇਅੰਤ ਸੰਗਤਾਂ ਮਹਾਰਾਜ ਕੇ ਦਰਸ਼ਨ ਪਾਉਣ ਦੇ ਲਈ ਇੱਧਰ ਪੰਜਾਬ ਦੇਸ਼ ਮਹਾਰਾਜ ਕੇ ਘਰ ਪਹੁੰਚਦੀਆਂ ਹੁੰਦੀਆਂ ਸਨ। ਸੋ ਇਸ ਵੇਲੇ ਵਾਰਤਾਲਾਪ ਜਿਹੜੀ ਹੈ ਨਾ, ਜੋ ਗੁਰੂ ਇਤਿਹਾਸ ਕਹਿ ਲਈਏ, ਜਿਤਨੇ ਵੀ ਪ੍ਰਸੰਗ ਹਨ, ਲਾਲ ਜੀ ਕਹਿੰਦੇ ਹਨ ਵੀ ਅਸੀਂ ਸਾਰੇ ਸਿੱਖਾਂ ਪਾਸੋਂ ਵੀ ਸਰਵਣ ਕੀਤੇ ਹਨ। ਤਹਾਂ ਹਮਾਰੀ ਵਿਰਸੇਦਾਰੀ। ਤਹਾਂ ਹਮਾਰੀ ਵਿਰਸੇਦਾਰੀ, ਐਸਾ ਦੇਸ਼ ਹੈ, ਵਿਰਸੇਦਾਰੀ ਤੋਂ ਭਾਵ ਹੁੰਦਾ ਜਿਵੇਂ ਮਲਕੀਅਤ ਕਹਿ ਲਈਏ, ਜੋ ਸਾਡੀ ਆਪਣੀ ਥਾਂ ਹੈ, ਜੋ ਸਾਡਾ ਆਪਣਾ ਦੇਸ਼ ਹੈ ਜੀ। ਤੈਂ ਕੇ ਨਰ ਸਿੱਖੀ ਅਧਿਕਾਰੀ। ਤੈਂ ਕੇ ਨਰ, ਫਿਰ ਉਸ ਦੇਸ਼ ਦੇ ਵਸਣ ਵਾਲੇ ਜਿਹੜੇ ਸਿੱਖ ਹਨ, ਉੱਥੇ ਉਹ ਬਹੁਤ ਸਿੱਖੀ ਦੇ ਨੂੰ ਬਹੁਤ ਪ੍ਰੇਮ ਕਰਦੇ ਹਨ, ਭਾਵ ਗੁਰੂ ਤੋਂ ਉਪਦੇਸ਼ ਲੈ ਕਰਕੇ ਸਿੱਖ ਬਣੇ ਹਨ। ਨਹਿਤ ਦੇਸ ਲੱਗੈ ਜਿਤ ਮੇਰੋ। ਤੇ ਫਿਰ ਬਾਤਾਂ ਬਾਤਾਂ ਦੇ ਵਿੱਚ ਦਾਦੀ ਮਾਤਾ ਨਾਨਕੀ ਜੀਆਂ ਨੂੰ ਕਹਿੰਦੇ ਹਨ ਕਿ ਮਾਂ ਜੀ, ਇਸ ਦੇਸ਼ ਵਿੱਚ ਸਾਡਾ ਬਹੁਤਾ ਚਿੱਤ ਨਹੀਂ ਲੱਗ ਰਿਹਾ, ਇਸ ਦੇਸ਼ ਵਿੱਚ ਬਹੁਤਾ ਰੁਕਣ ਦੇ ਲਈ ਅੰਦਰੋਂ ਜਿਹੜਾ ਹੈ ਮਨ ਜਿਹੜਾ ਹੈ ਉਹ ਪਾਉਂਦਾ ਨਹੀਂ ਹੈ। ਗਮਨ ਕਰਨ ਹੀ ਹੈ ਅਛੇਰੋ। ਤੇ ਜਲਦੀ ਹੀ ਇਸ ਦੇਸ਼ ਤੋਂ ਵਾਪਸ ਆਪਣੇ ਉਸ ਪਵਿੱਤਰ ਦੇਸ਼ ਪੰਜਾਬ ਦੇਸ਼ ਮਦਰ ਦੇਸ਼ ਨੂੰ ਜਾਣ ਦੇ ਲਈ ਉਤਾਵਲੇ ਹਾਂ। ਸੁਨ ਸਤਿਗੁਰ ਦਾਦੀ ਇਮ ਬੈਨ। ਤੇ ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਜੀ, ਲਾਲ ਗੋਬਿੰਦ ਰਾਏ ਬਾਲਾ ਪ੍ਰੀਤਮ ਜਿਸ ਵਕਤ ਇਹ ਬਾਤ ਕਰ ਰਹੇ ਸਨ ਤੇ ਮਾਤਾ ਨਾਨਕੀ ਜੀ ਸੁਣ ਰਹੇ ਸਨ। ਸੁਣਦਿਆਂ ਸੁਣਦਿਆਂ ਫਿਰ ਮਾਤਾ ਜੀ ਥੋੜੇ ਭਾਵੁਕ ਹੁੰਦੇ ਹਨ। ਭਰੇ ਨੀਰ ਸੋ ਦੀਰਘ ਨੈਣ। ਭਰੇ ਨੀਰ ਸੋ, ਕੁਝ ਐਸੀ ਭਾਵਨਾ ਬਣ ਗਈ ਅੰਦਰ ਦੀ ਕਿ ਜਿਵੇਂ ਮਾਤਾ ਜੀ, ਬੜੇ ਕੋਮਲ ਬਚਨ ਹਨ ਲਾਲ ਗੋਬਿੰਦ ਰਾਏ ਜੀ, ਤੇ ਮధుਰ ਬਚਨਾਂ ਦੇ ਨਾਲ, ਮਿੱਠੇ ਬੋਲਾਂ ਦੇ ਨਾਲ ਜੋ ਵਾਰਤਾਲਾਪ ਕਰ ਰਹੇ ਨੇ ਦਾਦੀ ਮਾਤਾ ਦੇ ਨਾਲ, ਸੁਣ ਕਰਕੇ ਨਾ ਭਾਵਨਾ ਦੇ ਅੰਦਰੋਂ ਕੁਝ ਐਸਾ ਕਹਿ ਲਈਏ ਵੀ ਜਿਹੜੇ ਨੇਤਰ ਹਨ ਉਹਨਾਂ ਵਿੱਚ ਜਲ ਆ ਗਿਆ। ਬਹੁ ਬਿਰਦਾ ਸੋ ਸਮੈ ਵਿਚਾਰੇ। ਬਹੁ ਬਿਰਦਾ, ਬਹੁਤ ਬਿਰਧ ਹੋਈ ਹੈ ਮਾਤਾ, ਲੇਕਿਨ ਖਿਆਲ ਜਿਹੜਾ ਹੈ ਕੁਝ ਪਿਛਲੇ ਸਮਿਆਂ ਵਿੱਚ ਚਲਾ ਗਿਆ। ਅਕਸਰ ਐਸਾ ਵੀ ਸਾਡੇ ਜੀਵਨ ਵਿੱਚ ਵੀ ਕਈ ਵਾਰ ਹੁੰਦਾ, ਜਿਨ੍ਹਾਂ ਸਮਿਆਂ ਦੇ ਵਿੱਚੋਂ, ਜਿਨ੍ਹਾਂ ਸਥਾਨਾਂ ਤੋਂ ਮਨੁੱਖ ਲੰਘਿਆ ਹੁੰਦਾ ਹੈ ਨਾ, ਕਈ ਵਾਰ ਮਨ ਜਿਹੜਾ ਹੈ ਉਹਨੂੰ ਫਿਰ ਮੋੜ ਕੇ ਉੱਥੇ ਲੈ ਜਾਂਦਾ। ਠੀਕ ਹੈ, ਭਾਵੇਂ ਉਮਰ ਬਤੀਤ ਹੋ ਜਾਂਦੀ ਹੈ, ਲੇਕਿਨ ਭਾਵਨਾ ਦੇ ਅੰਦਰੋਂ ਮਨ ਜਿਹੜਾ ਹੈ ਕਈ ਵਾਰ ਉਹਨਾਂ ਸਮਿਆਂ ਦੇ ਵਿੱਚ ਮਨੁੱਖ ਨੂੰ ਫਿਰ ਪਰਤ ਕੇ ਲੈ ਆਉਂਦਾ। ਬਹੁ ਬਿਰਧਾ ਸੋ ਸਮੋ ਵਿਚਾਰੇ। ਮਾਤਾ ਜੀ ਹੁਣ ਬਿਰਧ ਬਹੁਤ ਹੋ ਚੁੱਕੇ ਹਨ, ਲੇਕਿਨ ਅੱਜ ਜਦੋਂ ਲਾਲ ਗੋਬਿੰਦ ਰਾਏ ਜੀ ਹੋਰਾਂ ਨੇ ਬਾਤ ਕੀਤੀ ਹੈ ਨਾ, ਤੇ ਮਾਤਾ ਜੀ ਥੋੜੇ ਭਾਵੁਕ ਹੋ ਗਏ, ਮਨ ਦੇ ਨੇਤਰਾਂ ਦੇ ਵਿੱਚੋਂ ਥੋੜਾ ਜਲ ਆ ਗਿਆ ਤੇ ਫਿਰ ਵਿਚਾਰ ਵਿੱਚ ਆ ਗਏ, ਜਿਵੇਂ ਕੁਝ ਪਿਛਲੇ ਸਮੇਂ ਦੀਆਂ ਬਾਤਾਂ। ਕਿਉਂਕਿ ਉਹੀ ਦੇਸ਼ ਜਿਸ ਦੇਸ਼ ਦੇ ਵਿੱਚ ਮਾਤਾ ਜੀ ਦਾ ਵੀ ਜਨਮ ਹੋਇਆ, ਜਿੱਥੇ ਅੱਗੇ ਲਾਲ ਮਾਤਾ ਜੀ ਪਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਨਾਲ ਵਿਚਰਦੇ ਰਹੇ। ਫਿਰ ਅੱਗੇ ਜਿਵੇਂ ਇੱਕ ਲੰਬੇਰਾ ਬਿਰਤਾਂਤ ਹੈ ਗੁਰਮੁਖ ਇਤਿਹਾਸ ਦਾ। ਸੋ ਸਾਰੀ ਵਿਥਿਆ ਜਿਹੜੀ ਹੈ ਨਾ, ਜਦੋਂ ਲਾਲ ਗੋਬਿੰਦ ਰਾਏ ਜੀ ਹੋਰਾਂ ਨੇ ਦਾਦੀ ਜੀ ਦੇ ਪਾਸ ਬੈਠ ਕਰਕੇ ਬਾਤ ਛੇੜੀ, ਤੇ ਉਹਨਾਂ ਨੂੰ ਫਿਰ ਦੁਬਾਰਾ ਇੱਕ ਵਾਰ ਮਨ ਦੇ ਵਿੱਚ ਸਾਰੇ ਖਿਆਲ ਜਿਹੜੇ ਹਨ ਉਹ ਸਾਰਾ ਸਮਾਂ ਫੁਰਿਆ ਹੈ। ਜਿਸਮੈ ਭੇ ਸਰਗਾਮ ਅਖਾਰੇ। ਤੇ ਮਾਤਾ ਜੀਆਂ ਨੂੰ ਅੱਜ ਉਹ ਵੀ ਬਾਤਾਂ ਯਾਦ ਆ ਗਈਆਂ। ਜਿਸਮੈ ਭੇ ਸੰਗਰਾਮ ਅਖਾਰੇ। ਸੰਗਰਾਮ ਤੋਂ ਭਾਵ ਉਹ ਵੇਲਾ ਵੀ ਸੀ ਜਿਸ ਵਕਤ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਆਪ ਸ਼ਸਤਰ ਚੱਕ ਕੇ ਇਸ ਧਰਤੀ ਤੇ ਜੰਗ ਲੜੇ ਸਨ। ਅਸਹਿ ਜੰਗਾਂ, ਜਿਵੇਂ ਆਪਾਂ 4 ਜੰਗਾਂ ਮਹਾਰਾਜ ਕੇ ਜੀਵਨ ਦੀਆਂ ਪੜ੍ਹਦੇ ਹਾਂ। ਅੰਮ੍ਰਿਤਸਰ ਦੀ ਲੜਾਈ ਹੈ, ਮਹਾਰਾਜ ਕੀ ਲੜਾਈ ਹੈ, ਗੋਬਿੰਦਪੁਰ ਦੀ ਲੜਾਈ ਜਾਂ ਕਰਤਾਰਪੁਰ ਦੀ ਜੰਗ। ਵੱਡੀਆਂ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਜਿਹੜੀਆਂ ਆਪ ਰਣਤੱਤ ਦੇ ਵਿੱਚ ਉਤਰ ਕਰਕੇ ਫਤਿਹ ਕੀਤੀਆਂ ਸਨ। ਸਿਮਰ ਸਿਮਰ ਪਾਛਲ ਗਤ ਸੋਈ। ਸਿਮਰ ਸਿਮਰ, ਫਿਰ ਜਿਵੇਂ ਮਨ ਕੋਈ ਪਿਛਲੇ ਸਮੇਂ ਵਿੱਚ ਚਲਾ ਜਾਂਦਾ ਹੈ ਤੇ ਪਿਛਲੀਆਂ ਬਾਤਾਂ ਯਾਦ ਆਉਂਦੀਆਂ ਹਨ। ਇਸ ਵਿਧ ਨਾ ਮਾਤਾ ਜੀ ਵੀ ਉਹ ਸਾਰਾ ਜਿਹੜਾ ਵਰਤਾਂਤ ਹੈ ਮਨ ਹੀ ਮਨ ਵਿੱਚ ਇੱਥੇ ਵਿਚਾਰਨ ਲੱਗੇ ਹਨ। ਕੰਪਤ ਗਾਤ ਤੀਰ ਉਰ ਖੋਈ। ਕੰਪਤ ਗਾਤ, ਤੇ ਫਿਰ ਜਿਵੇਂ ਪਿਛਲੇ ਵਰਤਾਂਤ ਕੁਝ ਯਾਦ ਆਏ ਨਾ, ਜਿਵੇਂ ਹਿਰਦਾ ਕਈ ਵਾਰ ਅੰਦਰੋਂ ਕੰਬ ਜਾਂਦਾ ਹੈ,
ਸੋ ਐਸਾ ਇੱਕ ਮਨ ਦੀ ਇੱਕ ਭਾਵਨਾਤਮਕ ਦਸ਼ਾ ਕਹਿ ਲਈਏ, ਕਿਉਂਕਿ ਜਦੋਂ ਕਿਤੇ ਸਾਡਾ ਮਨ ਖਿਆਲਾਂ ਵਿੱਚ ਤੁਰਦਾ ਹੈ ਨਾ, ਫਿਰ ਇਹ ਕਈ ਵਾਰ ਪਿਛਲਿਆਂ ਸਮਿਆਂ ਵਿੱਚ ਤੇ ਕਈ ਵਾਰ ਅਗਲਿਆਂ ਸਮਿਆਂ ਵਿੱਚ, ਜਦੋਂ ਪਿਛਲਿਆਂ 'ਚ ਜਾਂਦਾ ਤੇ ਫਿਰ ਬਹੁਤ ਸਾਰੀਆਂ ਯਾਦਾਂ ਪੱਟ ਕੇ ਮਨੁੱਖ ਦੇ ਅੱਗੇ ਰੱਖਦਾ, ਜਦੋਂ ਅਗਲਿਆਂ ਵਿੱਚ ਜਾਂਦਾ ਤੇ ਐਸੀਆਂ ਚਿਤਵਨੀਆਂ ਦਿੰਦਾ ਜਿਹੜੀਆਂ ਫਿਰ ਕਈ ਵਾਰ ਮਨੁੱਖ ਨੂੰ ਭੈਗ੍ਰਸਤ ਕਰ ਦਿੰਦੀਆਂ। ਸੋ ਇਸ ਵੇਲੇ ਮਾਤਾ ਜੀ ਤੇ ਵੈਸੇ ਇਹਨਾਂ ਬਾਤਾਂ ਤੋਂ ਬਹੁਤ ਉੱਤੇ ਨੇ, ਸ਼ਬਦ ਸੁਰਤ ਕਰਕੇ ਉਹ ਇਸ ਖੇਡ ਵਿੱਚ ਨਹੀਂ ਨੇ, ਲੇਕਿਨ ਫਿਰ ਵੀ ਮਨ ਦੀ ਇੱਕ ਦਸ਼ਾ, ਗੁਰਮੁਖ ਦੇ ਅੰਦਰ ਵੀ ਇਹ ਸਭ ਕੁਝ ਵਰਤਦਾ ਹੈ। ਭਾਵੇਂ ਠੀਕ ਹੈ ਉਹਨਾਂ ਨੇ ਆਪਣਾ ਮਨ ਨਾਮ ਬਾਣੀ ਨਾਲ ਸਾਧਿਆ, ਗੁਰੂ ਕੀ ਸੰਗਤ ਵਿੱਚ ਰਹਿ ਕਰਕੇ ਬਹੁਤ ਆਤਮਿਕ ਵੱਡੀ ਉੱਚ ਦਸ਼ਾ ਦੇ ਵਿੱਚ ਉਹ ਆਪਣਾ ਜੀਵਨ ਬਤੀਤ ਕਰਦੇ ਰਹੇ ਨੇ, ਲੇਕਿਨ ਅੱਜ ਜਦੋਂ ਲਾਲ ਜੀ ਹੋਰਾਂ ਨੇ ਸਨਮੁਖ ਬੈਠ ਕਰਕੇ ਕੁਝ ਬਾਤਾਂ ਕੀਤੀਆਂ ਤੇ ਉਹ ਸਾਰੇ ਸਮਿਆਂ ਨੂੰ ਯਾਦ ਕਰਕੇ ਮਾਤਾ ਜੀ ਦੇ ਜਿਹੜੇ ਨੇਤਰ ਹਨ ਉਹ ਭਰ ਆਏ ਹਨ। ਪੋਤਰੇ ਸਾਥ ਬਿਰਤਾਂਤ ਬਖਾਨਾ। ਫਿਰ ਮਾਤਾ ਜੀਆਂ ਨੇ ਉਹਨਾਂ ਸਮਿਆਂ ਦੇ ਕੁਝ ਬਿਰਤਾਂਤ ਜਿਹੜੇ ਹਨ ਆਪਣੇ ਲਾਲ ਬਾਲਾ ਪ੍ਰੀਤਮ ਲਾਲ ਗੋਬਿੰਦ ਰਾਏ ਜੀ ਹੋਰਾਂ ਨਾਲ ਸਾਂਝੇ ਕੀਤੇ ਹਨ। ਭਇਓ ਖੇਦ ਤਿਸ ਦੇਸ ਮਹਾਨਾ। ਤੇ ਇਹ ਵੀ ਦੱਸਿਆ ਕਿ ਬੇਟਾ ਜੀ ਇੱਕ ਸਮਾਂ ਸੀ, ਕਿਉਂਕਿ ਹੁਣ ਤੇ ਚਲੋ ਬਤੀਤ ਹੋ ਚੁੱਕਾ ਹੈ, ਇੱਕ ਸਮਾਂ ਸੀ ਜਦੋਂ ਉਸ ਦੇਸ਼ ਵਿੱਚ ਬਹੁਤ ਵਿਖਾਦ ਖੜਾ ਹੋਇਆ ਸੀ। ਕਦੋਂ ਹੋਇਆ ਸੀ? ਮੇਰਾ ਖਿਆਲ ਹੈ ਆਪ ਸਭ ਸੰਗਤ ਨੂੰ ਪਤਾ ਹੀ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕੀ ਸ਼ਹਾਦਤ ਹੋਈ, ਹਕੂਮਤ ਨੇ ਚਾਹਿਆ ਵੀ ਇਸ ਘਰ ਨੂੰ ਸਦਾ ਲਈ ਬੰਦ ਕਰ ਦਿੱਤਾ ਜਾਵੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੀ ਗ੍ਰਿਫਤਾਰੀ ਹੋਈ, ਮਹਾਰਾਜ ਗਵਾਲੀਅਰ ਤੋਂ ਰਿਹਾ ਹੋ ਕੇ ਆਏ, ਫਿਰ ਸਮੇਂ ਦੇ ਹੁਕਮਰਾਨਾਂ ਨੇ ਮਿਲ ਕੇ ਵਿਉਂਤਾਂ ਬਣਾਈਆਂ ਤੇ ਇਸ ਘਰ ਦੇ ਉੱਪਰ ਹਮਲੇ ਕੀਤੇ, ਕਿਉਂਕਿ ਬਹੁਤ ਲੰਬੇਰਾ ਬਿਰਤਾਂਤ ਹੈ ਸਾਡੇ ਇਤਿਹਾਸ ਦਾ। ਪਹਿਲੀ ਲੜਾਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਆਪਣੇ ਕੁਝ ਚੁਣਿੰਦਾ ਸਿੱਖ ਸਿਪਾਹੀਆਂ ਦੇ ਨਾਲ ਅੰਮ੍ਰਿਤਸਰ ਲੜੀ ਸੀ। ਸੋ ਕਦੇ ਸਮਾਂ ਸੀ ਜੋ ਕੁਝ ਮਾਤਾ ਜੀ ਤਾਂ ਲੱਗੇ ਸੀ ਵੇਖਿਆ ਵੀ ਹੈ, ਹੰਢਾਇਆ ਵੀ ਉਹਨਾਂ ਸਮਿਆਂ 'ਚੋਂ ਨਿਕਲ ਕੇ ਇੱਥੋਂ ਤੱਕ ਪਹੁੰਚਿਆ ਕਿ ਬੇਟਾ ਜੀ ਕਦੇ ਉਹਨਾਂ ਦੇਸ਼ਾਂ ਵਿੱਚ ਬੜੇ ਵਿਖਾਦ ਵੀ ਹੋਏ ਸਨ, ਹਕੂਮਤਾਂ ਦੇ ਨਾਲ ਜੰਗਾਂ ਲੜਨੀਆਂ। ਵੇਖੋ ਗੁਰਮੁਖੋ, ਮੈਂ ਬੇਨਤੀ ਕਰਾਂ, ਇੱਦਾਂ ਇਤਿਹਾਸ ਨੂੰ ਪੜ੍ਹਨਾ ਸੁਣਨਾ ਬਹਿ ਕੇ ਇੱਦਾਂ ਵਿਚਾਰ ਕਰਨੀ ਸਾਡੇ ਲਈ ਬਹੁਤ ਸੁਖਾਲੀ ਹੈ, ਬਹੁਤ ਸੌਖਾ ਹੈ, ਪਰੰਤੂ ਜਦੋਂ ਕਿਤੇ ਉਹ ਸਮੇਂ ਬਣੇ ਹੋਣ ਤੇ ਉਹਨਾਂ ਸਮਿਆਂ ਦੇ ਵਿੱਚੋਂ ਨਿਕਲ ਕੇ ਜਾਣਾ, ਖਾਸ ਕਰਕੇ ਉਸ ਸਮੇਂ ਦਾ ਜਿਹੜਾ ਦਰਦ ਹੈ ਨਾ, ਉਸ ਸਮੇਂ ਦੀ ਜਿਹੜੀ ਪੀੜਾ ਹੈ, ਉਹ ਕੇਵਲ ਉਹ ਹੀ ਦੱਸ ਸਕਦਾ ਜਿਹੜਾ ਉਸ ਸਮੇਂ ਵਿੱਚੋਂ ਨਿਕਲਦਾ ਹੈ, ਜਿਹਨੇ ਉਹ ਸਭ ਕੁਝ ਆਪਣੇ ਤਨ ਤੇ ਹੰਢਾਇਆ ਹੁੰਦਾ। ਠੀਕ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੀ ਅਗੰਮੀ ਬਖਸ਼ਿਸ਼ ਸੀ, ਗੁਰੂ ਕਿਰਪਾ ਨਾਲ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹ ਉੱਥੇ ਕੋਈ ਹਾਰ ਹੋਣ ਵਾਲੀ ਸੀ, ਲੇਕਿਨ ਜੰਗ ਤੇ ਹਕੂਮਤ ਦੇ ਨਾਲ ਸੀ ਨਾ, ਲੜਾਈ ਤੇ ਹਕੂਮਤ ਦੇ ਨਾਲ ਸੀ, ਹਕੂਮਤ ਨੇ ਲੜੀ ਵੀ, ਮਹਾਰਾਜਿਆਂ ਨੇ ਵੀ ਜੰਗ ਲੜਿਆ। ਸੋ ਫਿਰ ਮਾਤਾ ਜੀ ਨਾ ਐਸੇ ਭਾਵਨਾ ਦੇ ਘਰ ਵਿੱਚ ਆ ਕਰਕੇ ਆਪਣੇ ਪੋਤਰੇ ਲਾਲ ਗੋਬਿੰਦ ਰਾਏ ਜੀ ਹੋਰਾਂ ਨੂੰ ਇਹ ਸਾਰਾ ਬਿਰਤਾਂਤ ਜਿਹੜਾ ਹੈ ਆਪਣੇ ਮੁਖ ਤੋਂ ਸੁਣਾਉਂਦੇ ਵੀ ਹਨ। ਜਬ ਸੋ ਸਮੇਂ ਮੋਹ ਚਿਤ ਆਵੇ। ਤੇ ਮਾਂ ਜੀ ਕਹਿਣ ਲੱਗੇ, ਜਦੋਂ ਬੇਟਾ ਜੀ ਉਸ ਸਮੇਂ ਸਾਨੂੰ ਕਿਤੇ ਯਾਦ ਆਉਂਦੇ ਹਨ, ਜਦੋਂ ਕਿਤੇ ਉਹ ਬਾਤਾਂ ਯਾਦ ਆ ਜਾਂਦੀਆਂ ਨੇ, ਉਸ ਸਮੇਂ ਦੇ ਬਾਤਾਂ ਨੂੰ ਬਿਰਤਾਂਤਾਂ ਨੂੰ ਯਾਦ ਕਰਕੇ ਜੀ, ਤਬ ਮਮ ਮਨ ਸੋ ਸੁਖ ਨ ਪਾਵੇ। ਉਸ ਵਕਤ ਫਿਰ ਜਿਹੜਾ ਸਾਡਾ ਮਨ ਹੈ ਨਾ, ਉਹ ਕੁਝ ਐਸੀ ਦਸ਼ਾ ਵਿੱਚ ਚਲਾ ਜਾਂਦਾ ਹੈ ਵੀ ਸਾਨੂੰ ਇਉਂ ਲੱਗਦਾ ਹੈ ਵੀ ਉਸ ਦੇਸ਼ ਵਿੱਚ ਵੀ ਹਕੂਮਤ ਬਹੁਤ ਤਸ਼ੱਦਦ ਕਰ ਰਹੀ ਹੈ, ਬਹੁਤ ਜੋ ਪ੍ਰਜਾ ਹੈ ਜਾਂ ਆਮ ਲੋਕਾਈ, ਜਿਵੇਂ ਹਮਲੇ ਕੀਤੇ ਗਏ ਮਹਾਰਾਜ ਜੀ ਕੇ ਉੱਪਰ, ਜਾਂ ਜਿਵੇਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕੀ ਸ਼ਹਾਦਤ, ਇਹ ਸਭ ਬਾਤਾਂ ਇਤਿਹਾਸ ਦੇ ਲੰਬੇ ਬਿਰਤਾਂਤ ਨੇ। ਹਮਰੋ ਮਨ ਸੁਖ ਨ ਪਾਵੇ। ਫਿਰ ਕੁਦਰਤੀ ਤੌਰ ਤੇ ਜਿਹੜਾ ਮਨ ਨਾ, ਕਿਉਂਕਿ ਜਿਵੇਂ ਮਾਤਾ ਜੀ ਅਸ਼ਕਵਾਰ ਹੋ ਗਏ ਨੇ, ਨੇਤਰਾਂ ਵਿੱਚੋਂ ਹੰਝੂ ਆ ਗਏ ਨੇ, ਸੋ ਫਿਰ ਜਿਹੜਾ ਮਨ ਹੈ ਉਹ ਕੁਝ ਐਸੀ ਦਸ਼ਾ ਵਿੱਚ ਚਲਾ ਜਾਂਦਾ ਤੇ ਇਹਦੇ 'ਚ ਕੋਈ ਦੁਰਾਵਾ ਨਹੀਂ। ਗੁਰਮੁਖੋ, ਦਾਸ ਨੇ ਆਪਣੀ ਜ਼ਿੰਦਗੀ ਵਿੱਚ ਵੀ ਪਿਛਲੇ ਕੁਝ ਸਮਿਆਂ ਦੇ ਵਿੱਚ ਕੁਝ ਬਜ਼ੁਰਗਾਂ ਤੋਂ, ਖਾਸ ਕਰ ਆਪਣੀ ਦਾਦੀ ਜੀ ਤੋਂ ਹੀ ਕੁਝ ਐਸੇ ਬਿਰਤਾਂਤ ਸਰਵਣ ਕੀਤੇ ਨੇ, ਜਿਵੇਂ ਕਿ 1947 ਦੀ ਵੰਡ ਵੇਲੇ ਉਹ ਆਪਣਾ ਸਭ ਕੁਝ ਛੱਡ ਕੇ ਇਸ ਦੇਸ਼ ਆਏ ਤੇ ਕੁਦਰਤੀ ਤੌਰ ਤੇ ਜਦੋਂ ਕਿਤੇ ਬਿਰਤਾਂਤ ਸੁਣਾਉਂਦੇ ਸਨ ਨਾ, ਤੇ ਸੁਣਾਉਂਦਿਆਂ ਉਹਨਾਂ ਨੇ ਨੇਤਰਾਂ ਦੇ ਵਿੱਚੋਂ ਬਹੁਤ ਸਾਰੇ ਹੰਝੂ ਆ ਜਾਂਦੇ ਸਨ। ਸੋ ਮਾਤਾ ਜੀਆਂ ਨੇ ਆਪਣੇ ਜੀਵਨ ਵਿੱਚ ਸਭ ਕੁਝ ਹੰਢਾਇਆ, ਭਾਵੇਂ ਕਿ ਆਪਣੇ ਪੋਤਰੇ ਲਾਲ ਗੋਬਿੰਦ ਰਾਏ ਜੀ ਹੋਰਾਂ ਨੂੰ ਇਹ ਸਭ ਕੁਝ ਸੁਣਾ ਰਹੇ ਨੇ, ਫਿਰ ਵੀ ਕਹਿੰਦੇ ਨੇ ਵੀ ਜਦੋਂ ਕਿਤੇ ਉਹਨਾਂ ਵੇਲਿਆਂ ਨੂੰ ਅਸੀਂ ਯਾਦ ਕਰਦੇ ਹਾਂ ਨਾ, ਤੇ ਮਨ ਇਸੇ ਦਸ਼ਾ ਵਿੱਚ ਆ ਜਾਂਦਾ ਹੈ ਕਿ ਮਨ ਦੇ ਵਿੱਚੋਂ ਵਿਰਾਗ ਕਹਿ ਲਈਏ ਜਾਂ ਏਦਾਂ ਹੰਝੂ ਆਉਂਦੇ ਹਨ। ਜਬ ਤੇ ਹੋਇਸ ਜਨਮ ਤੁਮਾਰਾ। ਫਿਰ ਬੇਟਾ ਜੀ ਜਿਸ ਵਕਤ ਤੋਂ ਤੁਸੀਂ ਇਸ ਕੁਲ ਵਿੱਚ ਪ੍ਰਗਟੇ ਹੋ, ਤੁਹਾਡਾ ਜਨਮ ਹੋਇਆ ਹੈ, ਸਭ ਸੁਖ ਸੋ ਸੁਭ ਸਮੇਂ ਗੁਜ਼ਾਰਾ। ਤੇ ਸੱਚ ਹੈ ਪੁੱਤਰ ਜੀ, ਉਸ ਵੇਲੇ ਤੋਂ ਲੈ ਕਰਕੇ ਹੁਣ ਤੱਕ ਭਾਵੇਂ ਅਸੀਂ ਪੰਜਾਬ ਦੇਸ਼ ਤੋਂ ਦੂਰ ਬੈਠੇ ਹਾਂ, ਲੇਕਿਨ ਅੰਦਰ ਨੂੰ ਇੱਕ ਬਹੁਤ ਆਨੰਦ ਹੈ।
ਬੜੀ ਖੁਸ਼ੀ ਹੈ, ਬਹੁਤ ਸਕੂਨ ਦੇ ਨਾਲ ਇਹ ਸਮਾਂ ਬਤੀਤ ਰਿਹਾ ਹੈ। ਸਭ ਪੂਰਬ ਕੀ ਸੰਗਤ ਸੇਵਤ। ਤੇ ਵੇਖੋ ਇਸ ਦੇਸ਼ ਦੀ ਸੰਗਤ ਵੀ ਸਾਡੇ ਨਾਲ ਬਹੁਤ ਪਿਆਰ ਕਰਦੀ ਹੈ, ਬਹੁਤ ਸਨੇਹ ਕਰਦੀ ਹੈ। ਮਨ ਬਾਛਤ ਤਿਨ ਕੋ ਤੁਮ ਦੇਵਤ। ਤੇ ਤੁਸੀਂ ਵੀ ਇੱਥੋਂ ਦੀ ਸੰਗਤ ਦੇ ਨਾਲ ਪ੍ਰੇਮ ਕਰਦੇ ਹੋ, ਜੋ ਵੀ ਕੋਈ ਭਾਵਨਾ ਲੈ ਕੇ ਆਉਂਦਾ ਹੈ ਉਸ ਦੀ ਭਾਵਨਾ ਪੂਰੀ ਕਰ ਦਿੰਦੇ ਹੋ। ਸਭ ਮਸੰਦ ਆਪਣੇ ਅਨਸਾਰੀ। ਤੇ ਇਸ ਦੇਸ਼ ਵਿੱਚ ਵੀ ਬਹੁਤ ਸਾਰੇ ਮਸੰਦ ਜਿਤਨੇ ਵੀ ਗੁਰੂ ਕੇ ਥਾਪੇ ਹੋਏ ਸੇਵਕ ਮਸੰਦ ਹਨ, ਉਹ ਸਾਡੇ ਅਨੁਸਾਰੀ ਹਨ। ਸੇਵਤ ਭੇਜਤ ਕਾਰ ਤੁਮਾਰੀ। ਸਮੇਂ ਸਮੇਂ ਗੁਰੂ ਘਰ ਦੀ ਉਗਰਾਈ ਹੋਈ ਕਾਰ ਭੇਟਾ ਵੀ ਉਗਰਾਈ ਆਪ ਜੀ ਕੇ ਚਰਨਾਂ ਪਾਸ ਹਾਜ਼ਰ ਕਰ ਦਿੰਦੇ ਹਨ। ਨਹੀਂ ਗਮਨ ਕੀ ਬੁੱਧੀ ਕਰੀਐ। ਨਹੀਂ ਗਮਨ ਕੀ, ਅਜੇ ਤੁਸੀਂ ਇਦਾਂ ਇਹ ਖਿਆਲ ਬਹੁਤਾ ਤੀਵਰ ਨਾ ਕਰੋ, ਬੁੱਧੀ ਵਿੱਚ ਇਹ ਬਾਤ ਤੀਵਰ ਨਾ ਕਰੋ ਵੀ ਜਲਦੀ ਤੋਂ ਜਲਦੀ ਜਾਣਾ ਹੈ, ਕਿਉਂਕਿ ਜਦੋਂ ਪਿਤਾ ਗੁਰਦੇਵ ਦਾ ਹੁਕਮ ਆਵੇਗਾ ਅਸੀਂ ਜ਼ਰੂਰ ਜਾਵਾਂਗੇ। ਤੇ ਹੁਕਮ ਤੱਕ ਅਸੀਂ ਇਸੇ ਦੇਸ਼ ਹੀ ਠਹਿਰਨਾ ਹੈ ਜੀ। ਸੁਖ ਸਮੇਤਪੁਰ ਬਾਸ ਵਿਚਰੀਐ। ਸੁਖ ਸਮੇਂਪੁਰ ਜਿਤਨਾ ਸਮਾਂ ਸਾਨੂੰ ਹੁਕਮ ਹੈ, ਜਦੋਂ ਤੱਕ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਹੁਕਮ ਨਹੀਂ ਆਉਂਦੇ ਉਦੋਂ ਉਤਨੇ ਸਮੇਂ ਤੱਕ ਸੁਖ ਸਹਿਤ ਆਪਾਂ ਇਸੇ ਦੇਸ਼ ਵਿੱਚ ਰਹਿਣਾ ਹੈ। ਸੋ ਇਸ ਵੇ ਦਾਦੀ ਮਾਤਾ ਜੀ ਛੋਟੀ ਆਰਬਲਾ ਦੇ ਵਿੱਚ ਆਪਣੇ ਪੋਤਰੇ ਬਾਲਾ ਪ੍ਰੀਤਮ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਹੋਰਾਂ ਨੂੰ ਇਹ ਸਾਰੀਆਂ ਬਾਤਾਂ ਸਮਝਾ ਰਹੇ ਨੇ। ਇਸ ਤੋਂ ਅੱਗੇ ਥੋੜ੍ਹਾ ਜਿਹਾ ਵਰਤਾਂਤ ਕੁਝ ਹੋਰ ਵੀ ਹੈ। ਜਿਵੇਂ ਮਹਾਰਾਜ ਨੇ ਕਿਹਾ ਸੀ ਵੀ ਇਸ ਦੇਸ਼ ਦੀ ਸੰਗਤ ਸਾਨੂੰ ਭਾਵ ਤੇ ਬਹੁਤ ਕਰਦੀ ਹੈ, ਪ੍ਰੇਮ ਤੇ ਬਹੁਤ ਕਰਦੀ ਹੈ, ਲੇਕਿਨ ਕਿਤੇ ਕਿਤੇ ਉਹਦੇ ਵਿੱਚ ਖੜੋਤ ਵੀ ਆ ਜਾਂਦੀ ਹੈ। ਉਹ ਵੀ ਕੁਝ ਕਾਰਨ ਨੇ, ਜਿਵੇਂ ਬੜੇ ਆਰਾਮ ਸਹਿਤ ਮਾਤਾ ਜੀ ਕੇ ਸਾਥ ਬੈਠ ਕਰਕੇ ਵਿਚਾਰ ਚੱਲੇਗੀ। ਸੋ ਜਿਹੜੀ ਰਹਿੰਦੀ ਵਿਚਾਰ ਹੈ ਆਪ ਸੰਗਤ ਦੇ ਨਾਲ ਇਹਨਾਂ ਸਮਿਆਂ ਦੌਰਾਨ ਆਉਣ ਵਾਲੇ ਦੀਵਾਨਾਂ ਵਿੱਚ ਸਾਂਝੀ ਕਰਨ ਦਾ ਯਤਨ ਕਰਾਂਗੇ, ਕਿਉਂਕਿ ਅੱਜ ਸਮੇਂ ਹੋ ਚੁੱਕੇ ਨੇ, ਗੁਰਬਾਣੀ ਦੇ ਕੀਰਤਨ ਸਰਵਣ ਕਰਨੇ ਨੇ। ਆਓ ਇੱਥੇ ਹੀ ਆਪਾਂ ਗੁਰੂ ਇਤਿਹਾਸ ਦੀ ਵਿਚਾਰ ਨੂੰ ਵਿਸ਼ਰਾਮ ਦਿੰਦੇ ਹਾਂ। ਰਹਿੰਦੀਆਂ ਵਿਚਾਰਾਂ ਆਉਣ ਵਾਲੇ ਦੀਵਾਨਾਂ ਵਿੱਚ ਇਸੇ ਤਰ੍ਹਾਂ ਆਪ ਸੰਗਤ ਦੇ ਨਾਲ ਸਾਂਝੀਆਂ ਕਰਨ ਦਾ ਯਤਨ ਕਰਾਂਗੇ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਨਹੀਂ ਗਮਨ ਕੀ ਬੁੱਧੀ ਕਰੀਐ। ਸੁਖ ਸਮੇਤਪੁਰ ਪਾਸ ਵਿਚਰੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ